ਸਾਰੀ ਕਲੀਸਿਆ ਨੂੰ ਮੇਰੇ ਵੱਲੋਂ ਜੈ ਮਸੀਹ ਦੀ, ਖੁਦਾ ਦੇ ਦਾਸ ਔਰ ਦਾਸੀ ਜੀ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਜਿਨ੍ਹਾਂ ਨੇ ਗਵਾਹੀ ਲਿਖਾਈ ਆ ਪਲੀਜ਼ ਉਹ ਜਲਦੀ ਜਲਦੀ ਅੱਗੇ ਆ ਜਾਣਗੇ। ਜਿਨ੍ਹਾਂ ਭੈਣਾਂ ਭਰਾਵਾਂ ਨੇ ਆਪਣੀਆਂ ਗਵਾਹੀਆਂ ਲਿਖਾਈਆਂ ਨੇ ਪਲੀਜ਼ ਉਹ ਜਲਦੀ ਜਲਦੀ ਅੱਗੇ ਆ ਜਾਣਗੇ ਤਾਂ ਜੋ ਅਸੀਂ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇ ਸਕੀਏ। ਹਾਲੇਲੂਇਆ, ਹਾਲੇਲੂਇਆ। ਜ਼ੋਰਦਾਰ ਤਾੜੀਆਂ ਦੇ ਨਾਲ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਅੱਜ ਦੇ ਅੱਛੇ ਦਿਨ ਦੇ ਲਈ। ਸਿਸਟਰ ਸੁਨੀਤਾ ਆਨੰਦ ਨਗਰ ਤੋਂ, ਆਨੰਦ ਨਗਰ ਤੋਂ ਇਹ ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਪੂਰਾ ਮਹੀਨਾ ਸੰਭਾਲ ਕੇ ਰੱਖਿਆ ਔਰ ਨਵਾਂ ਮੰਥ ਬਖਸ਼ਿਆ ਹੈ, ਇਸ ਲਈ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਔਰ ਸਿਸਟਰ ਦੱਸਦੇ ਨੇ ਕਿ ਇਹਨਾਂ ਨੇ ਆਪਣੀ ਪ੍ਰੇਅਰ ਰਿਕੁਐਸਟ ਦੇ ਵਿੱਚ ਆਪਣੀ ਰਿਕੁਐਸਟ ਰੱਖੀ ਸੀ ਕਿ ਪਰਮੇਸ਼ਰ ਮੈਨੂੰ ਅੱਛੇ ਕੰਮ ਦੇ ਨਾਲ ਬਲੈਸ ਕਰੋ। ਔਰ ਸਿਸਟਰ ਦੱਸਦੇ ਨੇ ਕਿ ਜਿਸ ਤਰ੍ਹਾਂ ਪ੍ਰੋਫਿਟ ਜੀ ਹਰ ਸੰਡੇ ਬੋਲਦੇ ਨੇ ਕਿ ਤੁਸੀਂ ਬਿਜ਼ਨਸ ਦੇ ਨਾਲ ਬਲੈਸ ਹੋਣ ਜਾ ਰਹੇ ਹੋ, ਤੇ ਸਿਸਟਰ ਜੀ ਕਹਿੰਦੇ ਕਿ ਮੈਂ ਹਰ ਵਾਰ ਉਸ ਨੂੰ, ਉਹਨਾਂ ਵਰਡਸ ਨੂੰ ਮੈਂ ਰਿਸੀਵ ਕਰਦੀ ਸੀ। ਔਰ ਸਿਸਟਰ ਦੱਸਦੇ ਨੇ ਕਿ ਅੱਜ ਇਹਨਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਕੰਮ ਦੇ ਨਾਲ ਬਲੈਸ ਕਰ ਦਿੱਤਾ ਹੈ। ਇਸ ਵੱਡੀ ਗਵਾਹੀ ਦੇ ਲਈ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਕਿ ਪਰਮੇਸ਼ਰ ਜੀ ਨੇ ਦੱਸਿਆ ਕਿ ਇਹਨਾਂ ਨੂੰ ਪੈਸਿਆਂ ਦੀ ਲੋੜ ਸੀ ਔਰ ਇਹਨਾਂ ਨੇ ਪ੍ਰੋਫਿਟ ਜੀ ਕੋਲੋਂ ਉਸ ਲੋੜ ਦੇ ਲਈ ਪ੍ਰਾਰਥਨਾ ਕਰਵਾਈ। ਤੇ ਸਿਸਟਰ ਦੱਸਦੇ ਨੇ ਕਿ ਇਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਸੀ ਅਗਲੇ ਦਿਨ ਹੀ ਪਰਮੇਸ਼ਰ ਨੇ ਉਹਨਾਂ ਸਾਰੇ ਪੈਸਿਆਂ ਦਾ ਇੰਤਜ਼ਾਮ ਕਰਕੇ ਦਿੱਤਾ। ਦਵਾਈ ਸਿਸਟਰ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਜੋ ਸਟੱਡੀ ਦੇ ਵਿੱਚ ਉਸਦਾ ਮਨ ਨਹੀਂ ਸੀ ਲੱਗਦਾ ਔਰ ਉਹ ਰੈਗੂਲਰ ਸਕੂਲ ਵੀ ਨਹੀਂ ਸੀ ਜਾਂਦੀ। ਤੇ ਸਿਸਟਰ ਦੱਸਦੇ ਨੇ ਕਿ ਇਹਨਾਂ ਨੇ ਲਗਾਤਾਰ ਪਾਸਟਰ ਸਾਰਾ ਜੀ ਕੋਲ ਆਪਣੀ ਬੇਟੀ ਦੇ ਲਈ ਪ੍ਰਾਰਥਨਾ ਕਰਵਾਈ। ਤੇ ਸਿਸਟਰ ਦੱਸਦੇ ਨੇ ਕਿ ਹੁਣ ਇਹਨਾਂ ਦੀ ਬੇਟੀ ਦੀ ਲਾਈਫ ਦੇ ਵਿੱਚ ਚੇਂਜ ਆ ਚੁੱਕਾ ਹੈ। ਹੁਣ ਇਹਨਾਂ ਦੀ ਬੇਟੀ ਮਨ ਲਗਾ ਕੇ ਸਟੱਡੀ ਕਰਦੀ ਹੈ ਔਰ ਸਕੂਲ ਵੀ ਰੈਗੂਲਰ ਜਾਂਦੀ ਹੈ। ਇਸ ਵੱਡੀ ਭਲਾਈ ਦੇ ਲਈ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ। ਰਾਜ ਨੰਦਨਪੁਰ ਤੋਂ, ਸਿਸਟਰ ਰਾਜ ਨੰਦਨਪੁਰ ਤੋਂ ਇਹ ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ, ਜ਼ਰੂਰਤ ਨੂੰ ਪੂਰਾ ਕੀਤਾ ਹੈ, ਇਸ ਲਈ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਔਰ ਸਿਸਟਰ ਦੱਸਦੇ ਨੇ ਕਿ ਇਹਨਾਂ ਨੇ ਲੋਨ ਅਪਲਾਈ ਕੀਤਾ ਸੀ ਔਰ ਇਹ ਬਾਰ-ਬਾਰ ਜਾਂਦੇ ਸੀ ਲੋਨ ਦੇ ਲਈ। ਤੇ ਸਿਸਟਰ ਦੱਸਦੇ ਨੇ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਔਰ ਉਹ ਉਹਨਾਂ ਨੂੰ ਹਰ ਵਾਰੀ ਵਾਪਸ ਮੋੜ ਦਿੰਦੇ ਸੀ ਕਿ ਤੁਹਾਡਾ ਇਹ ਡਾਕੂਮੈਂਟ ਪੂਰਾ ਨਹੀਂ, ਤੁਹਾਡਾ ਜੀ ਲੋਨ ਪਾਸ ਨਹੀਂ ਹੋਇਆ। ਔਰ ਸਿਸਟਰ ਦੱਸਦੇ ਕਿ ਮੈਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਔਰ ਸਿਸਟਰ ਜੀ ਨੇ ਡੇਲੀ ਪ੍ਰੇਅਰ ਦੇ ਵਿੱਚ ਆਣਾ ਸ਼ੁਰੂ ਕੀਤਾ। ਤੇ ਸਿਸਟਰ ਜੀ ਨੇ ਦੱਸਿਆ ਕਿ ਮੈਂ ਜਦੋਂ ਪ੍ਰੇਅਰ ਤੇ ਆਉਂਦੀ ਸੀ 1 ਘੰਟਾ ਕਰਨ ਦੇ ਲਈ, ਤੇ ਮੈਂ ਉਸ ਪ੍ਰੇਅਰ ਦੇ ਵਿੱਚ ਕਿਹਾ ਕਿ ਪ੍ਰਭੂ ਇਸ ਕੰਮ ਨੂੰ ਤੁਸੀਂ ਕਰਨਾ ਹੈ, ਜਦੋਂ ਮੈਂ ਇਸ ਵਾਰ ਜਾਵਾਂ ਤੇ ਮੈਂ ਖਾਲੀ ਵਾਪਸ ਨਾ ਆਵਾਂ। ਤੇ ਸਿਸਟਰ ਨੇ ਦੱਸਿਆ ਕਿ ਜਦੋਂ ਇਹ ਲਗਾਤਾਰ ਪ੍ਰਾਰਥਨਾ ਦੇ ਵਿੱਚ ਆਏ ਡੇਲੀ ਪ੍ਰੇਅਰ ਦੇ ਵਿੱਚ, ਤਾਂ ਸਿਸਟਰ ਦੱਸਦੇ ਨੇ ਕਿ ਜਦੋਂ ਇਹ ਆਪਣੇ ਘਰ ਗਏ ਤਾਂ ਇਹਨਾਂ ਦੇ ਬੇਟੇ ਨੇ ਦੱਸਿਆ ਕਿ ਮੰਮਾ ਉਹਨਾਂ ਦਾ ਫੋਨ ਆਇਆ ਹੈ ਕਿ ਉਹਨਾਂ ਨੇ ਕਿਹਾ ਤੁਹਾਡਾ ਲੋਨ ਪਾਸ ਹੋ ਚੁੱਕਾ ਹੈ। ਜ਼ੋਰਦਾਰ ਤਾੜੀਆਂ ਦੇ ਨਾਲ ਧੰਨਵਾਦ ਕਰਾਂਗੇ ਪਰਮੇਸ਼ਰ ਦਾ। ਘਰ ਆ ਕੇ ਪ੍ਰੇਅਰ ਕਰ ਰਹੇ ਨੇ। ਔਰ ਇਸੇ ਤਰ੍ਹਾਂ ਇਹਨਾਂ ਦੀ ਦੂਸਰੀ ਗਵਾਹੀ ਆ, ਸਿਸਟਰ ਦੱਸਦੇ ਨੇ ਕਿ ਜਿਹੜੀ ਇਹਨਾਂ ਦੀ ਨੂੰਹ ਆ ਉਹਨਾਂ ਦੀ ਭਰਜਾਈ ਦੀ ਡਿਲੀਵਰੀ ਹੋਣ ਵਾਲੀ ਸੀ ਔਰ ਸਿਸਟਰ ਜੀ ਨੇ ਉਸ ਬੇਟੀ ਦੇ ਲਈ ਪ੍ਰੇਅਰ ਕੀਤੀ। ਤੇ ਸਿਸਟਰ ਜੀ ਨੇ ਆ ਕੇ ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰੇਅਰ ਦੇ ਵਿੱਚ ਮੰਗਿਆ ਕਿ ਖੁਦਾ ਉਸ ਬੇਟੀ ਦੇ ਕੋਲ ਬੇਟੀ ਆ ਤੇ ਮੇਰੀ ਪ੍ਰਾਰਥਨਾ ਹੈ ਕਿ ਹੁਣ ਤੂੰ ਉਸ ਨੂੰ ਬੇਟੇ ਦੇ ਨਾਲ ਬਲੈਸ ਕਰ। ਤਾਂ ਸਿਸਟਰ ਦੱਸਦੇ ਨੇ ਕਿ ਜਿੱਦਾਂ ਹੀ ਮੈਂ ਆਪਣੇ ਘਰ ਗਈ ਤੇ ਮੈਨੂੰ ਘਰ ਜਾ ਕੇ ਨਿਊਜ਼ ਮਿਲੀ ਆ ਕਿ ਉਹਨਾਂ ਦੇ ਬੇਟਾ ਹੋਇਆ ਆ। ਹਾਲੇਲੂਇਆ, ਜ਼ੋਰਦਾਰ ਤਾੜੀਆਂ ਦੇ ਨਾਲ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਸਾਡਾ ਰੱਬ ਜ਼ਿੰਦਾ ਏ, ਕਿਉਂਕਿ ਸਾਡਾ ਰੱਬ ਜ਼ਿੰਦਾ ਏ, ਕਿਉਂਕਿ ਸਾਡਾ ਰੱਬ ਜ਼ਿੰਦਾ ਏ। ਸੱਚਮੁੱਚ ਪੋਨੀਆ ਨਾਗਰੀ ਪਿੰਡ ਤੋਂ ਹਾਲੇਲੂਇਆ, 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 ਹਾਲੇਲੂਇਆ। ਅਸੀਂ ਖੁਦਾਵੰਦ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਸੱਚਮੁੱਚ ਮੁਰਦਿਆਂ ਨੂੰ ਜਿੰਦਾ ਕਰਦੇ ਹੈ, ਸਾਨੂੰ ਦੁਸ਼ਟ ਆਤਮਾਵਾਂ ਤੋਂ ਆਜ਼ਾਦ ਕਰਦੇ ਹੈ, ਸ਼ਿਫਾ ਦਿੰਦੇ ਹੈ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਅੱਜ ਇਸ ਭੈਣ ਦੀ ਮਦਰ ਦੀ ਇਹੀ ਟੈਸਟੀਮਨੀ ਹੈ ਕਿ ਜਦੋਂ ਪ੍ਰੋਫਿਟ ਜੀ ਨੇ ਬੋਲਿਆ ਕਿ ਤੁਸੀਂ ਫਾਸਟਿੰਗ ਕਰਨੀ ਹੈ, 64 ਡੇਜ਼ ਦੇ ਫਾਸਟਿੰਗ ਡੇਜ਼ ਚੱਲ ਰਹੇ ਹੈ, ਤੁਸੀਂ ਇਹਨਾਂ ਵਿੱਚ ਫਾਸਟਿੰਗ ਕਰਨੀ। ਔਰ ਸਿਸਟਰ ਜੀ ਨੇ ਉਸ ਚੀਜ਼ ਨੂੰ ਰਿਸੀਵ ਕੀਤਾ ਔਰ ਪਰਮੇਸ਼ਰ ਦਾਸ ਦੀ ਆਗਿਆ ਮੰਨੀ ਔਰ ਪਾਲਣਾ ਕੀਤੀ ਔਰ ਫਾਸਟਿੰਗ ਕੀਤੀ। ਔਰ ਇਹ ਦੱਸ ਰਹੇ ਸੀਗੇ ਕਿ ਪੂਰਾ ਵੀਕ ਫਾਸਟਿੰਗ ਕਰ ਰਹੇ ਸੀ। ਜਿਸ ਦਿਨ ਸੈਟਰਡੇ ਸੀਗਾ ਮੇਰੀ ਸਿਸਟਰ ਦੀ ਕਾਲ ਆਉਂਦੀ ਹੈ ਔਰ ਪ੍ਰੇਅਰ ਕਰ ਰਹੀ ਸੀ ਔਰ ਸਿਸਟਰ ਫੋਨ ਕਰ ਰਹੀ ਹੈ ਔਰ ਕਹਿੰਦੀ ਹੈ ਕਿ ਮੰਮਾ ਦੀ
ਆਵਾਜ਼ ਹੀ ਨਿਕਲ ਨਹੀਂ ਲੱਗਦਾ ਮਮਾ ਅੱਜ ਨਹੀਂ ਰਹਿਣਗੇ ਸਾਡੇ ਚ। ਹਾਲੇਲੂਇਆ। ਔਰ ਇਸ ਸਿਸਟਰ ਜੀ ਦਾ ਵਿਸ਼ਵਾਸ ਸੀਗਾ ਕਿ ਨਹੀਂ ਖੁਦਾਵੰਦ ਦਾ ਪਰਮੇਸ਼ਵਰ ਦਾ अनुग्रह मेरे ऊपर और मेरी फैमिली के ऊपर है, मेरी मम्मा नु कुछ नहीं होएगा। और सिस्टर जी ने विश्वास नाल कहंदे मैं रो रो के खुदावंद दे अगे प्रार्थना की थी और उस दुष्ट नु डांटिया जिसने मेरी मम्मा ने गले नु पकड़िया होया सी, जो आवाज नहीं सी निकलन दे रहा। और सिस्टर जी ने फाइट की थी आत्मा दे विच उस शैतान दे नाल। और ये दस रहे हैं कि इन्होंने लिखाया कि उसे वक्त मैं बोले कि खुदावंद है दुष्ट आत्मा जाए तुझे शू की मेरी मम्मा नु शिफा दो इसी वक्त और हील ऑन। और जिस तरह ने वर्ड डिक्लेयर कीते प्रार्थना दे विच उस फास्टिंग के दौरान जो प्रेयर कर रहे सी उसे तरह ही होया। और उन्होंने मम्मा ने खुद दसिया कि मैनू किसी ने शू के चंगा कीता, मैनू किसी ने छूया, मैनू फील होया। और उसे वक्त उन्होंने दसिया कि मैं दुष्ट आत्मा नु जानते हुए भी देखा और आज वो बिल्कुल हील है। परमेश्वर का धन्यवाद करते हैं। हालेलुया। मैं क्यों डरा, मेरा परमेश्वर मेरे नाम है। मैं क्यों डरा, मैं क्यों डरा। हालेलुया। हाँ जी सिस्टर जी दोस्तों थोड़े मम्मा जो परमेश्वर च हाँ जी परमेश्वर से विश्वास करते हाँ जी विश्वास करते उसे प्रार्थना भी करने आती। मैं मम्मा बोली कि मम्मी आप अधिकार लो अपने ऊपर तो दुष्ट आत्मा भाग जाएगा। उसी टाइम मम्मी ने अधिकार लिया और उसी टाइम छोड़ के भागी। हालेलुया। ਹਾਲੇਲੂਇਆ। खुदावन ने सानू आज इस तरह दे बनाता। परमेश्वर वचन दसदा कि हुण तुसीं दुੱਧ पींदे बच्चे नहीं हो, तुसीं रोटी खाण वाले हो चुके हो। उन्हां दी मम्मा जानदे नहीं सीगे और सिस्टर जी ने उसे वचन ਨੂੰ क्लेम ਕੀਤਾ कि ਤੁਸੀਂ ਕੀ ਕਰੋ। परमेश्वर ने सानू राइट ਦਿੱਤਾ जो उस अधिकार ਦੇ ਨਾਲ ਤੁਸੀਂ ਕੀ ਕਰੋ ਇਸ ਦੁਸ਼ਟ ਆਤਮਾ ਨੂੰ ਡਾਂਟੋ। और जिसका कब्जा से दुष्ट आत्मा था उसे वक्त उन्होंने दी मम्मा छड़ के चले गए और आज वो बड़ी गवाही दे नाल खड़े हैं। हालेलुया। प्रार्थना करवाइए सिस्टर। पास में पिछले संडे में तो उन्होंने बोले थे कि आप भाई के नाल कराना लेक्चर। आपकी मम्मा को पहले प्रॉब्लम हाँ जी और प्रॉब्लम थी घुटने में और पूरा उसको शैतान दुष्ट आत्मा हमेशा जकड़े हुए रहते। लेकिन मैंने वो कल शनिवार की प्रार्थना मैंने उसको बोला कि आप प्रार्थना करो तो शैतान भाग जाएगा तो छोड़ के भाग। हालेलुया। इन्होंने पहले प्रार्थना कराई प्रॉफिट जी को लास्ट संडे और प्रॉफिट जी ने इन्होंने वर्ड दिते कि तुसी गवाही दे नाल खड़े होवोगे। और पूरा हफ्ता जो फास्टिंग कर रहे सी दुष्ट आत्मा का ऐसा अटैक होया कि उन्होंने गले नु पकड़ लिया दी मम्मा नु। कहंदी कि पूरी बॉडी ते उन्हां दे अधिकार रहंदा सी, उन्हां दर्दां पीड़ां दिंदी सी, प्रॉब्लम रहंदी सी। पर उस दिन की होया कि शैतान नु अग लग गई क्योंकि ओदे समा आ गया कि ओदा उस बॉडी नु उस घर नु छड़ के जान दा। जिस तरह परमेश्वर दास ने वर्ड डिक्लेयर कीते सीगे ਤੁਸੀਂ ਨੈਕਸਟ ਸੰਡੇ ਵੱਡੀ ਗਵਾਹੀ ਦੇ ਨਾਲ ਖੜੇ ਹੋਵੋਗੇ ਤੇ ਖੁਦਾਵੰ ਨੇ ਉਸ ਵੱਡੇ ਕੰਮ ਨੂੰ ਉਹਨਾਂ ਦੀ ਲਾਈਫ ਦੇ ਵਿੱਚ ਇਹਨਾਂ ਦੀ ਮੰਮਾ ਦੀ ਲਾਈਫ ਦੇ ਵਿੱਚ ਕੀਤਾ ਔਰ ਅੱਜ ਇਹ ਬਿਗ ਟੈਸਟਮਨੀ ਦੇ ਨਾਲ ਖੜੇ ਆ। ਹਾਲੇਲੂਇਆ। ਕੌਰ ਕਰਨਾਲ ਤੋਂ ਸਿਸਟਰ ਬਲਵੀਰ ਕੌਰ ਕਰਨਾਲ ਤੋਂ ਸਿਸਟਰ ਜੀ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ ਜ਼ਰੂਰਤ ਨੂੰ ਪੂਰਾ ਕੀਤਾ ਹੈ। ਔਰ ਸਿਸਟਰ ਜੀ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਦੀਆਂ ਸੋਚਾਂ ਸਮਝਾਂ ਤੋਂ ਵੱਧ ਕੇ ਇਹਨਾਂ ਦੀ ਲਾਈਫ ਦੇ ਵਿੱਚ ਕੰਮ ਕੀਤਾ ਹੈ। ਔਰ ਪਰਮੇਸ਼ਰ ਜੀ ਨੇ ਇਹਨਾਂ ਨੂੰ ਨਵੀਂ ਜੌਬ ਦੇ ਨਾਲ ਨਵੇਂ ਬਿਜ਼ਨਸ ਦੇ ਨਾਲ ਬਲੈਸ ਕੀਤਾ ਹੈ। ਇਹਨਾਂ ਨੇ ਕੱਪੜਿਆਂ ਦੀ ਸ਼ਾਪ ਖੋਲੀ ਹੈ, ਇਸ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਹਾਲੇਲੂਇਆ। ਯਿਸੂ ਮੇਰੇ ਨਾਲ ਨਾਲ ਰਹਿੰਦਾ ਏ, ਕਦੀ ਨਾ ਮੈਨੂੰ ਸਦਾ ਕਹਿੰਦਾ ਏ। ਯਿਸੂ ਮੇਰੇ ਨਾਲ ਨਾਲ ਰਹਿੰਦਾ ਏ, ਕਦੀ ਨਾ ਮੈਨੂੰ ਸਦਾ ਕਹਿੰਦਾ ਏ। ਹਾਲੇਲੂਇਆ। ਔਰ ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਨੇ ਇਹਨਾਂ ਨੇ ਸੋਚਿਆ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਇਹਨਾਂ ਨੂੰ ਪਰਮੇਸ਼ਰ ਬਿਜ਼ਨਸ ਦੇ ਨਾਲ ਬਲੈਸ ਕਰਨਗੇ। ਔਰ ਸਿਸਟਰ ਦੱਸਦੇ ਨੇ ਇਹਨਾਂ ਦੀ ਅਗਲੀ ਗਵਾਹੀ ਇਹਨਾਂ ਦੀ ਬੇਟੀ ਦੀ ਆ ਕਿ ਇਹਨਾਂ ਦੀ ਬੇਟੀ ਨੂੰ ਉਹਨਾਂ ਦੀ ਜੌਬ ਤੋਂ 15 ਦਿਨ ਦੀਆਂ ਛੁੱਟੀਆਂ ਸੀ ਔਰ ਇਹਨਾਂ ਦੀ ਬੇਟੀ ਨੇ ਪਲਾਨ ਬਣਾਇਆ ਕਿ ਮੈਂ ਘੁੰਮਣ ਲਈ ਜਾਣਾ ਆ। ਤੇ ਜਦੋਂ ਇਹਨਾਂ ਦੀ ਬੇਟੀ ਘੁੰਮਣ ਦੇ ਲਈ ਗਈ, 에ਅਰਪੋਰਟ ਤੇ ਗਈ, ਇਹਨਾਂ ਦੀ ਬੇਟੀ ਇਟਲੀ ਦੇ ਵਿੱਚ ਆ। ਔਰ ਜਦੋਂ ਇਹ 에ਅਰਪੋਰਟ ਤੇ ਗਈ ਕਿਸੇ ਦੂਸਰੀ ਸਿਟੀ ਦੇ ਵਿੱਚ ਘੁੰਮਣ ਜਾਣ ਦੇ ਲਈ ਤਾਂ 에ਅਰਪੋਰਟ ਵਾਲਿਆਂ ਨੇ ਇਹਨਾਂ ਦੀ ਬੇਟੀ ਨੂੰ ਐਂਟਰੀ ਨਹੀਂ ਦਿੱਤੀ। ਉਹਨਾਂ ਨੇ ਇਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਔਰ ਸਿਸਟਰ ਦੱਸਦੇ ਨੇ ਕਿ ਮੇਰੀ ਬੇਟੀ ਦੇ ਜਿਹੜੇ ਪੇਪਰ
ਪੇਪਰ ਸੀ ਉਹ ਖਤਮ ਹੋ ਚੁੱਕੇ ਸੀ, ਉਹਨਾਂ ਦੀ ਜਿਹੜੀ ਡੇਟ ਆ ਉਹ ਐਕਸਪਾਇਰ ਹੋ ਚੁੱਕੀ ਸੀ ਔਰ ਇਹਨਾਂ ਦੀ ਬੇਟੀ ਨੂੰ ਉੱਥੋਂ ਐਂਟਰੀ ਨਹੀਂ ਮਿਲੀ ਔਰ ਦੂਸਰੀ ਕੰਟਰੀ ਦੇ ਵਿੱਚ, ਦੂਸਰੀ ਸਿਟੀ ਦੇ ਵਿੱਚ ਉਹ ਨਹੀਂ ਜਾ ਸਕੇ। ਤੇ ਫਿਰ ਸਿਸਟਰ ਜੀ ਨੇ ਪ੍ਰੋਫਿਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਔਰ ਪ੍ਰੋਫਿਟ ਜੀ ਨੇ ਇਸ ਸਿਸਟਰ ਜੀ ਨੂੰ ਵਰਡਸ ਦਿੱਤੇ ਕਿ ਤੁਹਾਡੀ ਬੇਟੀ ਪਲੇਨ ਦੇ ਵਿੱਚ ਜਾਏਗੀ ਔਰ ਵਾਪਸ ਵੀ ਘੁੰਮ ਕੇ ਪਲੇਨ ਦੇ ਵਿੱਚ ਹੀ ਆਏਗੀ। ਸਿਸਟਰ ਜੀ ਨੇ ਵਿਸ਼ਵਾਸ ਦੇ ਨਾਲ ਇਹਨਾਂ ਵਰਡਸ ਨੂੰ ਰਿਸੀਵ ਕੀਤਾ ਤੇ ਸਿਸਟਰ ਜੀ ਦੱਸਦੇ ਨੇ ਕਿ ਉਸੇ ਤਰ੍ਹਾਂ ਮੇਰੀ ਬੇਟੀ ਦੇ ਨਾਲ ਹੋਇਆ। ਮੇਰੀ ਬੇਟੀ ਸਹੀ ਸਲਾਮਤ ਜਿੱਥੇ ਘੁੰਮਣ ਗਈ ਸੀ ਉਹ ਵਾਪਸ ਆ ਚੁੱਕੀ ਹੈ। ਇਸ ਵੱਡੀ ਭਲਾਈ ਦੇ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਸਾਡਾ ਰੱਬ ਜ਼ਿੰਦਾ ਹੈ, ਕਿਉਂਕਿ ਸਾਡਾ ਰੱਬ ਜ਼ਿੰਦਾ ਹੈ। ਦਿੱਤਾ ਉਸ ਟਾਈਮ ਕਿਸ ਤਰ੍ਹਾਂ ਤੁਸੀਂ ਤੁਹਾਡੀ ਬੇਟੀ ਕੀ ਫੀਲ ਕਰ ਰਹੇ ਹੋ ਔਰ ਤੁਸੀਂ ਕੀ ਫੀਲ ਕਰ ਰਹੇ ਸੀ ਉਸ ਟਾਈਮ ਕਿ ਮੇਰੀ ਬੇਟੀ ਦੇ ਘੁੰਮਣ ਜਾਣੀ? ਕਿ ਬਹੁਤ ਚਾਹ ਦੇ ਨਾਲ ਅਸੀਂ ਘਰੋਂ ਜਾਂਦੇ ਹਾਂ ਰੈਡੀ ਹੋ ਕੇ ਕਿਤੇ ਘੁੰਮਣ ਜਾਣਾ ਹੋਏ, ਏਅਰਪੋਰਟ ਤੇ ਉਹਨਾਂ ਨੂੰ ਬੋਲ ਦਿੱਤਾ ਜਾਏ ਕਿ ਤੁਸੀਂ ਇਸ ਕੰਟਰੀ 'ਚ ਤੁਹਾਨੂੰ ਅਲਾਉ ਨਹੀਂ, ਤੁਸੀਂ ਨਹੀਂ ਜਾ ਸਕਦੇ, ਤੇ ਉਸ ਟਾਈਮ ਤੁਹਾਡੀ ਬੇਟੀ ਦੀ ਹਾਲਤ ਕੀ ਸੀ ਔਰ ਤੁਸੀਂ ਕੀ ਸੋਚ ਰਹੇ ਸੀ? मेरी बेटी मेरे को बिल्कुल प्रॉब्लम नहीं दसती क्यों उन्होंने पता मम्मा टेंशन ले तो बीमार हो जाएगी। मेरी बेटी मेरी भांजी की गल करती है, क्यों भैन भैन गल्लां कर लेंदी। उन्होंने इसने भांजी ने मेरे को दसिया कहते तू पास्टर को प्रार्थना करा, इस तरह वो प्रॉब्लम हो गई है, वो कार्ड भी गवाच गया और वो पेपर खत्म होए तो उन्हें जहाज नहीं चढ़न देंगे। एक जगह तो दूसरी वाली जगह घूमन जाना सी बेटी ने। जब मैंने पता लगा मैं पास्टर को प्रार्थना करी, पास्टर कहते प्लेन ची जाएगी और प्लेन ची वापस सारा आएगी। इसी तरह होया वो प्लेन ची वापस इटली आ चुकी है। ਹਾਲੇਲੂਇਆ। ਕਿ ਜਦੋਂ ਸਾਡਾ ਵੀਜ਼ਾ ਖਤਮ ਹੋ ਜਾਏ ਤੇ ਕਿਸੇ ਵੀ ਕੰਟਰੀ ਵਿੱਚ ਸਾਨੂੰ ਅਲਾਉ ਨਹੀਂ ਹੈ, ਬਲਕਿ ਉਹ ਕੀ ਕਰਦੇ ਸਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਆ। ਕਿਸੇ ਵੀ ਕੰਟਰੀ ਵਿੱਚ ਤੁਸੀਂ ਬਾਰਡਰ ਕ੍ਰਾਸ ਨਹੀਂ ਕਰ ਸਕਦੇ, ਸਿਰਫ ਇੱਕ ਇੰਡੀਆ ਹੀ ਕਿ ਅਸੀਂ ਸਾਰੇ ਘੁੰਮ ਲੈਂਦੇ ਆ। ਫੋਰਨ 'ਚ ਤੁਸੀਂ ਕਿਸੇ ਵੀ ਜੇ ਤੁਹਾਡੇ ਕੋਲ ਇੱਕ ਦਿਨ ਦਾ ਵੀਜ਼ਾ ਵੀ ਨਹੀਂ ਹੈ, ਚਾਹੇ ਉਸੇ ਦਿਨ ਹੀ ਖਤਮ ਹੋਇਆ ਹੋਵੇ, ਤੁਸੀਂ ਉਸ ਕੰਟਰੀ ਵਿੱਚ ਵੀ ਨਹੀਂ ਸਟੇ ਕਰ ਸਕਦੇ, ਨਾ ਹੀ ਤੁਸੀਂ ਹੋਰ ਕੰਟਰੀ ਵਿੱਚ ਜਾ ਸਕਦੇ ਸਵਾਏ ਜਿਸ ਕੰਟਰੀ ਤੁਹਾਡੇ ਕੋਲ ਰੈਜ਼ੀਡੈਂਸੀ ਹੈ। ਹਾਲੇਲੂਇਆ। ਔਰ ਇਹ ਸਿਸਟਰ ਜੀ ਦੱਸ ਰਹੇ ਕਿ ਉਹਨਾਂ ਕੋਲ ਵੀਜ਼ਾ ਵੀ ਨਹੀਂ ਸੀਗਾ ਔਰ ਪੇਪਰ ਵੀ ਨਹੀਂ ਸੀ ਜੋ ਜਿਹਦੇ ਨਾਲ ਉਹ ਕੀ ਕਰ ਸਕਦੇ ਸੀਗੇ, ਹੋਰ ਕੰਟਰੀ ਵਿੱਚ ਆਪਣੀਆਂ ਹੌਲੀਡੇ ਸਪੈਂਡ ਕਰਨ ਜਾ ਸਕਦੇ ਸੀ। ਪਰ ਕੀ ਹੋਇਆ, ਖੁਦਾਵੰਦ ਨੇ ਜਿਸ ਤਰ੍ਹਾਂ ਪਰਮੇਸ਼ਵਰ ਦੇ ਦਾਸ ਜੀ ਕੋਲ ਨੇ ਪ੍ਰਾਰਥਨਾ ਕਰਾਈ ਔਰ ਪ੍ਰੋਫਟ ਜੀ ਨੇ ਵਰਡ ਦਿੱਤਾ ਕਿ ਉਹ ਬਾਈ ਪਲੇਨ ਜਾਣਗੇ। ਹਾਲੇਲੂਇਆ। ਹਾਲੇਲੂਇਆ। ਜਦ ਕਿ ਤੁਰ ਕੇ ਵੀ ਨਹੀਂ ਜਾ ਸਕਦੇ, ਉੱਥੇ ਕੀ ਹੋਇਆ ਕਿ ਬਾਈ ਪਲੇਨ, ਕਿਉਂਕਿ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਹੁੰਦੀ ਔਰ ਇੰਨੀ ਚੈਕਿੰਗ ਹੁੰਦੀ ਹੈ, ਮਿੰਟ ਤੇ ਚੈਕਿੰਗ ਹੁੰਦੀ ਜਦੋਂ ਤੁਸੀਂ ਪਲੇਨ 'ਚ ਬੈਠ ਨਹੀਂ ਜਾਂਦੇ। ਇਨਫੈਕਟ ਪਲੇਨ ਦੇ ਵਿੱਚ ਵੀ ਤੁਹਾਡੇ ਡਾਕੂਮੈਂਟ ਕਲੀਅਰ ਚੈੱਕ ਕਰ ਲੈਂਦੇ ਜਿਹਨਾਂ ਤੇ ਡਾਊਟ ਹੋਵੇ। ਹਾਲੇਲੂਇਆ। ਹਾਲੇਲੂਇਆ। ਪਰ ਕੀ ਹੋਇਆ, ਜਿਸ ਤਰ੍ਹਾਂ ਪਰਮੇਸ਼ਵਰ ਦੇ ਦਾਸ ਜੀ ਨੇ ਬੋਲਿਆ ਉਸੇ ਤਰ੍ਹਾਂ ਹੀ ਹੋਇਆ ਔਰ ਬੇਟੀ ਘੁੰਮ ਕੇ ਅੱਜ ਵਾਪਸ ਆ ਚੁੱਕੀ ਹੈ ਆਪਣੇ ਘਰ ਵਿੱਚ ਔਰ ਬਿਗ ਟੈਸਟਮਨੀ ਦੇ ਨਾਲ ਖੜੀ ਹੈ। ਹਾਲੇਲੂਇਆ। ਕਿਉਂਕਿ ਸਾਡਾ ਰੱਬ मेरा परमेश्वर कटन वाला नहीं है, स्थान का कोई अधिकार नहीं चलता, उससे स्थान शर्मिंदा हो जाता, उस टाइम पे मेरी बेटी सिफा पा रही परमेश्वर को। ਹਾਲੇਲੂਇਆ। हालेलुया। ਹਫਤੋਂ ਸਿਸਟਰ ਕੁਲਦੀਪ ਕੌਰ ਆਰਸੀਐਫ ਤੋਂ ਇਸ ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ, ਜ਼ਰੂਰਤ ਨੂੰ ਪੂਰਾ ਕੀਤਾ ਹੈ। ਇਸ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਔਰ ਪਰਮੇਸ਼ਰ ਨੇ ਇਹਨਾਂ ਨੂੰ ਨਵਾਂ ਮਹੀਨਾ ਦਿੱਤਾ, ਆਪਣੇ ਘਰ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਹੈ। ਇਹ ਸਾਰੀਆਂ ਗੱਲਾਂ ਦੇ ਲਈ, ਸਾਰੀਆਂ ਭਲਾਈਆਂ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਸਾਰੀ ਮਹਿਮਾ ਤੇ ਜਲਾਲ ਪਰਮੇਸ਼ਰ ਜੀ ਦੇ ਨਾਮ ਨੂੰ। ਕਿਉਂਕਿ ਸਾਡਾ ਰੱਬ ਜ਼ਿੰਦਾ। ਸਿਸਟਰ ਪ੍ਰਤਿਮਾ ਰਵਿਦਾਸ ਨਗਰ ਤੋਂ ਇਹ ਸਿਸਟਰ ਜੀ ਆਪਣੀ ਬੇਟੀ ਦੀ ਗਵਾਹੀ ਦੱਸਦੇ ਨੇ ਜਿਸ ਨੂੰ ਦੁਸ਼ਟ ਆਤਮਾ ਬਹੁਤ ਪਰੇਸ਼ਾਨ ਕਰਦਾ ਸੀ ਔਰ ਇਹ ਬੇਟੀ ਡਰ ਜਾਂਦੀ ਸੀ ਔਰ ਬੇਟੀ ਨੂੰ ਦੁਸ਼ਟ ਵੀ ਦਿਖਦਾ ਸੀਗਾ, ਇਹ ਬਹੁਤ ਜ਼ਿਆਦਾ ਡਰ ਜਾਂਦੀ ਸੀ ਔਰ ਸਿਸਟਰ ਜੀ ਨੇ ਆਪਣੀ ਬੇਟੀ ਦੇ ਲਈ ਪ੍ਰਾਰਥਨਾ ਕਰਵਾਈ ਖੁਦਾ ਦੀ ਦਾਸੀ ਜੀ ਕੋਲੋਂ ਤੇ ਪਰਮੇਸ਼ਰ ਨੇ ਆਪਣੀ ਦਾਸੀ ਦੇ ਦੁਆਰਾ ਇਹਨਾਂ ਦੀ ਬੇਟੀ ਨੂੰ ਛੂਹ ਕੇ ਸ਼ਿਫਾ ਦਿੱਤੀ ਹੈ ਔਰ ਉਸ ਦੁਸ਼ਟ ਦੇ ਆਤਮਾ ਤੋਂ ਪਰਮੇਸ਼ਰ ਨੇ ਆਜ਼ਾਦ ਕੀਤਾ ਹੈ। ਇਸ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਮੈਂ ਕਿਉਂ ਡਰਾਂ, ਮੈਂ ਕਿਉਂ ਡਰਾਂ, ਹਾਲੇਲੂਇਆ। ਔਰ ਸਿਸਟਰ ਜੀ ਦੀ ਦੂਸਰੀ ਗਵਾਹੀ ਆ, ਸਿਸਟਰ ਜੀ ਕਹਿੰਦੇ ਨੇ ਕਿ ਇਹਨਾਂ ਦੀ ਬੇਟੀ ਦੇ ਸਿਰ ਦੇ ਵਿੱਚ, ਅੱਧੇ ਸਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਸਿਸਟਰ ਜੀ ਇੱਥੇ ਨਹੀਂ ਸੀ, ਆਪਣੇ ਪਿੰਡ ਗਏ ਸੀ ਔਰ ਜਿੱਦਾਂ ਹੀ ਸਿਸਟਰ ਜੀ ਆਏ ਨੇ ਜਲੰਧਰ ਔਰ ਇਹਨਾਂ ਨੇ ਪਹਿਲੇ ਹਫਤੇ ਆਪਣੀ ਬੇਟੀ ਨੂੰ ਖੁਦਾ ਦੇ ਘਰ ਦੇ ਵਿੱਚ ਲੈ ਕੇ ਆਂਦਾ ਹੈ ਔਰ ਪ੍ਰੋਫਟ ਜੀ ਕੋਲੋਂ ਜਦੋਂ ਇਸ ਵਿਸ਼ੇ ਉੱਤੇ ਪ੍ਰਾਰਥਨਾ ਕਰਵਾਈ ਤੇ ਪ੍ਰੋਫਟ ਜੀ ਨੇ
ਸਿਸਟਰ ਜੀ ਨੂੰ ਪ੍ਰੋਫੈਟਿਕ ਵਰਡ ਦਿੱਤੇ ਕਿ ਅੱਜ ਤੋਂ ਬਾਅਦ ਤੁਹਾਡੀ ਬੇਟੀ ਦੇ ਸਿਰ ਦੇ ਵਿੱਚ ਦਰਦ ਨਹੀਂ ਹੋਵੇਗਾ। ਇਹਨਾਂ ਨੇ ਵਿਸ਼ਵਾਸ ਦੇ ਨਾਲ ਉਹਨਾਂ ਵਰਡਸ ਨੂੰ ਰਿਸੀਵ ਕੀਤਾ ਤੇ ਸਿਸਟਰ ਜੀ ਦੱਸਦੇ ਨੇ ਕਿ ਹੁਣ ਇਹਨਾਂ ਦੀ ਬੇਟੀ ਦੇ ਵਿੱਚ ਕੋਈ ਸਿਰ ਦਰਦ ਨਹੀਂ ਹੁੰਦਾ। ਇਹਨਾਂ ਨੇ ਛੁਟਕਾਰਾ ਪੂਰੀ ਤਰ੍ਹਾਂ ਪਾ ਲਿਆ ਹੈ। ਇਸ ਵੱਡੇ ਛੁਟਕਾਰੇ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਉਸ ਦੀ ਤਾਕਤ ਤੇ ਤਾਂ ਸ਼ੈਤਾਨ ਵੀ ਸ਼ਰਮਿੰਦਾ ਏ। ਉਸ ਦੀ ਤਾਕਤ ਤੇ ਤਾਂ ਸ਼ੈਤਾਨ ਵੀ ਸ਼ਰਮਿੰਦਾ ਏ। ਕਿਉਂਕਿ ਸਾਡਾ ਰੱਬ ਜਿੰਦਾ ਏ। ਕੈਥਰੀਨ ਕਪੂਰਥਲੇ ਤੋਂ ਇਹ ਸਿਸਟਰ ਜੀ ਆਪਣੇ ਹਸਬੰਡ ਦੀ ਗਵਾਹੀ ਦੱਸਦੇ ਨੇ ਕਿ ਇਹਨਾਂ ਦੇ ਹਸਬੰਡ ਘਰ ਤੋਂ ਬਾਹਰ ਖੜੇ ਫੋਨ ਦੇ ਉੱਤੇ ਗੱਲ ਕਰ ਰਹੇ ਸੀ ਔਰ ਕਾਫੀ ਸਮਾਂ ਇਹਨਾਂ ਦੇ ਹਸਬੰਡ ਫੋਨ ਦੇ ਉੱਪਰ ਗੱਲ ਕਰ ਰਹੇ ਸੀ ਆਪਣੇ ਕੰਮ ਦੇ ਬਾਰੇ। ਤੇ ਜਦੋਂ ਇਹਨਾਂ ਦੇ ਹਸਬੰਡ ਦੀ ਅਚਾਨਕ ਨਿਗਾਹ ਪਈ ਤੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਇੱਥੇ ਕੁਝ ਹੈਗਾ ਆ, ਤੇ ਉਹਨਾਂ ਨੇ ਰਾਤ ਦਾ ਸਮਾਂ ਸੀਗਾ ਤੇ ਇਹਨਾਂ ਦੇ ਹਸਬੰਡ ਨੇ ਫੋਨ ਦੀ ਟਾਰਚ ਔਨ ਕਰਕੇ ਜਦੋਂ ਦੇਖਿਆ ਤੇ ਜਿੱਥੇ ਖੜੇ ਸੀ ਇਹਨਾਂ ਦੇ ਹਸਬੰਡ ਉਸ ਜਗ੍ਹਾ ਤੇ ਬਹੁਤ ਹੀ ਵੱਡਾ ਸੱਪ ਸੀ। ਔਰ ਇਹ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਕਿ ਇਹਨਾਂ ਦੇ ਹਸਬੰਡ ਉੱਥੇ ਅੱਧੇ ਘੰਟੇ ਤੋਂ ਵੀ ਜ਼ਿਆਦਾ ਖੜੇ ਸੀ, ਆਪਣੇ ਫੋਨ ਤੇ ਗੱਲ ਕਰ ਰਹੇ ਸੀ। ਔਰ ਇਹ ਖੁਦਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਨੇ ਕਿ ਉਸ ਸੱਪ ਨੇ ਇਹਨਾਂ ਦੇ ਹਸਬੰਡ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ। ਪਰਮੇਸ਼ਰ ਨੇ ਨੇੜੇ ਹੋ ਕੇ ਆਪਣੇ ਬੇਟੇ ਨੂੰ ਬਚਾਇਆ ਹੈ। ਇਸ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਮੈਂ ਜਿੱਥੇ ਜਾਵਾਂ ਯਿਸੂ ਮੇਰੇ ਨਾਲ। ਹਰਿਆਣੇ ਤੋਂ ਸਿਸਟਰ ਸਲੋਨੀ ਮਕਸੂਦਾ ਤੋਂ ਸਿਸਟਰ ਸਲੋਨੀ ਮਕਸੂਦਾ ਤੋਂ ਇਹ ਸਿਸਟਰ ਹੀ ਦੱਸਦੇ ਨੇ ਆਪਣੀ ਬ੍ਰਦਰ ਦੀ ਗਵਾਹੀ ਹੈ ਇਹਨਾਂ ਦੀ। ਸਿਸਟਰ ਹੀ ਦੱਸਦੇ ਨੇ ਕਿ ਇਹਨਾਂ ਦੇ ਬ੍ਰਦਰ ਨੂੰ ਸੱਪ ਲੜ ਗਿਆ ਸੀ ਔਰ ਇਹਨਾਂ ਦੇ ਬ੍ਰਦਰ ਨੂੰ ਜਲਦੀ ਤੋਂ ਜਲਦੀ ਹਸਪੀਟਲ ਦੇ ਵਿੱਚ ਲੈ ਕੇ ਗਏ। ਤੇ ਜਦੋਂ ਸਿਸਟਰ ਜੀ ਨੂੰ ਫੋਨ ਆਇਆ, ਸਿਸਟਰ ਜੀ ਆਪਣੀ ਜੌਬ ਤੇ ਸੀ ਤੇ ਸਿਸਟਰ ਜੀ ਨੇ ਪ੍ਰੋਫਟ ਜੀ ਨੂੰ ਫੋਨ ਕੀਤਾ ਔਰ ਫੋਨ ਦੇ ਉੱਤੇ ਪ੍ਰਾਰਥਨਾ ਕਰਵਾਈ ਆਪਣੇ ਬ੍ਰਦਰ ਦੇ ਲਈ। ਔਰ ਪ੍ਰੋਫਟ ਜੀ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਬ੍ਰਦਰ ਨੂੰ ਕੁਝ ਨਹੀਂ ਹੋਏਗਾ। ਉਸੇ ਤਰ੍ਹਾਂ ਹੋਇਆ ਜੋ ਖੁਦਾ ਦੇ ਦਾਸ ਜੀ ਨੇ ਬੋਲਿਆ ਇਹਨਾਂ ਦੇ ਬ੍ਰਦਰ ਦੇ ਲਈ। ਤੇ ਸਿਸਟਰ ਜੀ ਦੱਸਦੇ ਨੇ ਕਿ ਅੱਜ ਇਹਨਾਂ ਦੇ ਬ੍ਰਦਰ ਬਿਲਕੁਲ ਠੀਕ ਠਾਕ ਨੇ ਔਰ ਹਸਪੀਟਲ ਦੇ ਵਿੱਚੋਂ ਸਹੀ ਸਲਾਮਤ ਆਪਣੇ ਘਰ ਦੇ ਵਿੱਚ ਆ ਚੁੱਕੇ ਨੇ। ਇਸ ਨਵੀਂ ਜ਼ਿੰਦਗੀ ਦੇ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਉਸ ਦੀ ਤਾਕਤ ਤੇ ਤਾਂ ਸ਼ੈਤਾਨ ਵੀ ਸ਼ਰਮਿੰਦਾ ਏ। ਉਸ ਦੀ ਤਾਕਤ ਤੇ ਤਾਂ ਸ਼ੈਤਾਨ ਵੀ ਸ਼ਰਮਿੰਦਾ ਏ। ਇਹਨਾਂ ਨੂੰ ਥੋੜੇ ਪੈਸਿਆਂ ਦੀ ਲੋੜ ਸੀ ਔਰ ਇਹਨਾਂ ਨੇ ਪ੍ਰੋਫਿਟ ਜੀ ਕੋਲੋਂ ਉਸ ਲੋੜ ਦੇ ਲਈ, ਜ਼ਰੂਰਤ ਦੇ ਲਈ ਪ੍ਰੇਅਰ ਕਰਵਾਈ ਔਰ ਸਿਸਟਰ ਜੀ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਉਸ ਪੂਰੀ ਲੋੜ ਦਾ, ਜ਼ਰੂਰਤ ਦਾ ਇੰਤਜ਼ਾਮ ਕਰ ਦਿੱਤਾ ਹੈ। ਇਸ ਵੱਡੇ ਇੰਤਜ਼ਾਮ ਦੇ ਲਈ ਵੀ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਗਵਾਹੀਆਂ ਸੁਣ ਕੇ ਸ਼ੈਤਾਨ ਰੋਵੇਗਾ। ਗਵਾਹੀਆਂ ਸੁਣ ਕੇ ਸ਼ੈਤਾਨ ਰੋਵੇਗਾ। ਗਵਾਹੀਆਂ ਸੁਣ ਕੇ ਸ਼ੈਤਾਨ ਰੋਵੇਗਾ। ਗਵਾਹੀਆਂ ਸੁਣ ਹਸਪੀਟਲ ਵਿੱਚ ਸੀਗੇ ਔਰ ਡਾਕਟਰ ਉਸ ਟਾਈਮ ਕੀ ਕਹਿ ਰਹੇ ਸੀ ਔਰ ਸਾਡਾ ਕਿਸ ਤਰ੍ਹਾਂ ਦਾ ਸੀ, ਉਸ ਟਾਈਮ ਕਿਸ ਤਰ੍ਹਾਂ ਫੀਲ ਕਰ ਰਹੇ ਸੀਗੇ? ਜਦੋਂ ਮੈਂ ਜੌਬ ਤੋਂ ਘਰੇ ਆਈ, ਮੇਰੇ ਹਸਬੰਡ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਫੋਨ ਆਇਆ ਆ। ਮੈਂ ਪਾਸਟਰੀ ਕੋ ਪ੍ਰੇਅਰ ਕਰਵਾਈ ਤੇ ਪਾਸਟਰੀ ਨੇ ਕਿਹਾ ਕਿ ਖਤਰੇ ਤੋਂ ਬਾਹਰ ਆ, ਪਰ ਮੇਰੇ ਪਾਪਾ ਦਾ ਫੋਨ ਆਇਆ ਸੀ ਕਿ ਉਹ ਕਹਿ ਰਹੇ ਕਿ ਵੱਡੇ ਹਸਪੀਟਲ ਲੈ ਕੇ ਜਾਓ। ਮੈਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਪਰਮੇਸ਼ਰ ਜ਼ਿੰਦਾ ਆ, ਮੈਂ ਪ੍ਰਾਰਥਨਾ ਕਰਵਾਈ ਆ, ਇਹਨੂੰ ਕੁਝ ਵੀ ਨਹੀਂ ਹੋਣਾ। ਸੱਚਮੁੱਚ ਇਸੇ ਤਰ੍ਹਾਂ ਹੋਇਆ। ਮੇਰਾ ਭਰਾ ਜੋ ਡਰਾਈਵਰੀ ਕਰਦਾ ਆ, ਉਹ ਸਵੇਰੇ ਗੇੜਾ ਵੀ ਲਾ ਕੇ ਆਇਆ। ਮੈਂ ਖੁਦਾ ਦਾ ਧੰਨਵਾਦ ਕਰਦੀ, ਮੈਂ ਨਹੀਂ ਉੱਥੇ ਪਹੁੰਚੀ ਪਰ ਮੇਰੇ ਪਰਮੇਸ਼ਰ ਨੇ ਮੇਰੇ ਭਰਾ ਨੂੰ ਨਵੀਂ ਜ਼ਿੰਦਗੀ ਦਿੱਤੀ। ਮੈਂ ਖੁਦਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ। ਕਿਉਂਕਿ ਸਾਡਾ ਰੱਬ ਜ਼ਿੰਦਾ ਹੈ। ਹਾਲੇਲੂਇਆ। ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ, ਜਦੋਂ ਹਾਲੇਲੂਇਆ ਦਾ ਨਾਰਾ ਲੱਗਦਾ ਦੁਸ਼ਟ ਸੱਚਮੁੱਚ ਸ਼ਰਮਿੰਦਾ ਹੁੰਦਾ, ਰੱਜ ਕੇ ਸ਼ਰਮਿੰਦਾ ਕਰਿਆ ਕਰੋ ਇੱਥੇ ਆ ਕੇ। ਹਾਲੇਲੂਇਆ। ਹਰਿਆਣੇ ਤੋਂ ਇਹ ਸਿਸਟਰ ਹੀ ਦੱਸਦੇ ਨੇ ਕਿ ਪਰਮੇਸ਼ਰ ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ, ਜ਼ਰੂਰਤ ਨੂੰ ਪੂਰਾ ਕੀਤਾ ਹੈ ਔਰ ਪਰਮੇਸ਼ਰ ਜੀ ਨੇ ਇਹਨਾਂ ਨੂੰ ਹਰ ਇੱਕ ਆਸ਼ੀਸ਼ ਔਰ ਬਰਕਤ ਦਿੱਤੀ ਹੈ। ਸਿਸਟਰ ਹੀ ਦੱਸਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਕੰਮ ਹੋਣੇ ਸੀ ਬਹੁਤ ਸਾਰੇ ਤੇ ਪਰਮੇਸ਼ਰ ਜੀ ਨੇ ਉਹਨਾਂ ਸਾਰੇ ਕੰਮਾਂ ਨੂੰ ਪੂਰਾ ਕੀਤਾ ਹੈ। ਇਹਨਾਂ ਦੀਆਂ ਸੋਚਾਂ ਸਮਝਾਂ ਤੋਂ ਵੱਧ ਕੇ ਕੀਤਾ ਹੈ। ਇਹ ਸਾਰੀਆਂ ਗੱਲਾਂ ਦੇ ਲਈ, ਸਾਰੀਆਂ ਨੇਕੀਆਂ ਭਲਾਈਆਂ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਸਾਰੀ ਮਹਿਮਾ ਤੇ ਗਵਾਹੀਆਂ ਸਲਾਮ ਸੁਣ ਕੇ ਸ਼ੈਤਾਨ ਰੋਵੇਗਾ। ਗਵਾਹੀਆਂ ਸੁਣ ਕੇ ਸ਼ੈਤਾਨ ਰੋਵੇਗਾ। ਗਵਾਹੀਆਂ ਸੁਣ ਕੇ ਸ਼ੈਤਾਨ ਰੋਵੇਗਾ। ਹਾਲੇਲੂਇਆ। ਹਾਲੇਲੂਇਆ। ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ, ਜ਼ਰੂਰਤ ਨੂੰ ਪੂਰਾ ਕੀਤਾ, ਅੱਛੀ ਸਿਹਤ, ਤੰਦਰੁਸਤੀ ਦਿੱਤੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਔਰ ਇਹਨਾਂ ਦੇ ਬੇਟੇ ਦੀ ਗਵਾਹੀ ਆ, ਇਹਨਾਂ ਦੇ ਬੇਟੇ ਦੇ ਮੂੰਹ ਦੇ ਵਿੱਚ ਛਾਲੇ ਹੋ ਗਏ ਸੀ ਔਰ ਇਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰੋਫਿਟ ਜੀ ਕੋਲੋਂ ਪ੍ਰਾਰਥਨਾ ਕਰਵਾਈ। ਹੁਣ ਬ੍ਰਦਰ ਦੇ ਜੋ ਬੇਟਾ ਆ ਬਿਲਕੁਲ ਠੀਕ ਆ। ਇਸ
ਚੰਗਿਆਈ ਦੇ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। गवाहियां सुन के शैतान रोवेगा, गवाहियां सुन के शैतान रोवेगा, गवाहियां सुन के शैतान रोवेगा। हालेलुया ਹਾਲੇਲੂਇਆ हालेलुया 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 हालेलुया। इन्नियां बिग टेस्टमनीज आ रही हैं और ਅਸੀਂ ਸਾਰੇ ਖਾਮੋਸ਼ ਬੈਠੇ ਹਾਂ। ਖੁਦਾਵੰਦ ਇੱਥੇ ਵੱਡੇ ਵੱਡੇ ਕੰਮ ਹੋ ਰਹੇ ਹਨ। ਦੇਖੋ ਸੱਪ ਜਿਹਨੂੰ ਲੜਦਾ ਹੈ ਉਹਦੀ ਜੋ ਜ਼ਰੀਲਾ ਹੁੰਦਾ ਹੈ ਬਹੁਤ ਜ਼ਿਆਦਾ ਰੇਅਰ ਹੁੰਦਾ ਹੈ ਕਿ ਕੋਈ ਬਚੇ, ਪਰ ਅਸੀਂ ਦੇਖਿਆ ਕਿ ਖੁਦਾਵੰਦ ਦੇ ਦਾਸ ਨੇ ਬੋਲਿਆ ਕਿ ਉਹ ਖਤਰੇ ਤੋਂ ਬਾਹਰ ਹੈ। ਜਿਹੜੇ ਡਾਕਟਰ ਕਹਿ ਰਹੇ ਸੀ ਹਸਪੀਟਲ ਚੇਂਜ ਕਰ ਲਓ, हॉस्पिटल चेंज नहीं होया भाई, क्योंकि वो एक कार आए बिल्कुल सही सलामत होके। हालेलुया ਹਾਲੇਲੂਇਆ और इस तरह कितनी टेस्टिमनीज है जो ਅਸੀਂ ਮੰਗਦੇ ਖੁਦਾਵੰਦ ਕੋਲੋਂ, ਖੁਦਾਵੰਦ ਸਾਡੀ ਸੁਣਦਾ ਔਰ ਸਾਨੂੰ ਆਨਸਰ ਦਿੰਦਾ। ਹਾਲੇਲੂਇਆ हालेलुया और ये सिस्टर जी है परमिंदर कौर सिस्टर आरसीएफ ਤੋਂ, ਇਹਨਾਂ ਦੀ ਟੈਸਟੀਮਨੀ ਹੈ। ਹਾਲੇਲੂਇਆ ਹਾਲੇਲੂਇਆ ਅਸੀਂ ਜਾਣਦੇ ਹਾਂ ਕਿ ਸਿਸਟਰ ਜਦੋਂ ਵੀ ਆਉਂਦੇ ਹੈ ਬਿਗ ਟੈਸਟੀਮਨੀਜ਼ ਨਾਲ ਖੜੇ ਹੁੰਦੇ ਹੈ। ਹਾਲੇਲੂਇਆ ਹਾਲੇਲੂਇਆ ऐसी टेस्टमनी जो इम्पॉसिबल ਹੁੰਦੀਆਂ और ਅੱਜ ਫਿਰ ਤੋਂ ਨਈ ਟੈਸਟਮਨੀ ਨਾਲ ਖੁਦਾਵੰਦ ਨੇ ਇਹਨਾਂ ਨੂੰ ਬਲੈਸ ਕੀਤਾ ਔਰ ਖੜਿਆ ਕੀਤਾ। ਇਹਨਾਂ ਦੀ ਟੈਸਟਮਨੀ ਹੈ ਕਿ ਸਕੂਲ ਵਿੱਚ ਟੀਚ ਕਰਦੇ ਆ, ਪੜ੍ਹਾਉਂਦੇ ਆ ਔਰ ਇਹਨਾਂ ਦਾ ਸਟਾਫ ਜੋ ਹੈ ਵਿੱਚ ਕੁਝ ਪਰਸਨ ਹੈ ਜੋ ਇਹਨਾਂ ਨਾਲ ਕਾਫੀ ਖੁੰਦਕ ਖਾਂਦੇ ਔਰ ਇਹਨਾਂ ਦੀ ਬਾਰ-ਬਾਰ ਕੰਪਲੇਂਟਸ ਕਰਦੇ ਆ, ਕਿਸੇ ਨਾ ਕਿਸੇ ਚੀਜ਼ ਦੇ ਇਹਨਾਂ ਦੇ ਅਗੇਂਸਟ ਹੁੰਦੇ ਆ। ਹਾਲੇਲੂਇਆ हालेलुया और इस सिस्टर जी दस रहे हैं कि इन्होंने इस बार भी कंप्लेंट कर दी गई और जो प्रिंसिपल ਸੀ तो तक उन्होंने डिसाइड कर लिया, डिसीजन ले लिया कि ਅਸੀਂ ਇਹਨਾਂ ਨੂੰ ਜੌਬ ਤੋਂ ਕੱਢ ਦਾਂਗੇ। ਹਾਲੇਲੂਇਆ ਹਾਲੇਲੂਇਆ क्यों? क्योंकि शैतान ਨੂੰ आके लगी हुई है, क्योंकि थोड़े दिन पहले ही सिस्टर जी ने दसिया कि मेरी जो सैलरी इंक्रीज हुई है और किसी ਦੀ भी इंक्रीज नहीं हुई, कि मेरी सैलरी ਵਧੀ है और किसी ਦੀ भी सैलरी स्कूल ਵਿੱਚ ਕਿਸੇ ਦੀ ਸਟਾਫ ਦੀ ਸੈਲਰੀ ਨਹੀਂ ਵਧੀ। और शैतान ਨੂੰ ਕੀ ਹੋਇਆ ਇਸ ਚੀਜ਼ ਤੋਂ ਅੱਗ ਲੱਗੀ ਹੋਈ ਕਿ ਇਹਨੂੰ ਕਿਉਂ ਨਾ ਹੋਇਆ ਮੈਂ ਜੌਬ ਤੋਂ ਹੀ ਕੱਢ ਦਈਏ। ਹਾਲੇਲੂਇਆ और ਜਦੋਂ ਸਿਸਟਰ ਜੀ ਨੂੰ ਪਤਾ ਲੱਗਾ ਇਸ ਚੀਜ਼ ਤੋਂ, ਸਿਸਟਰ ਜੀ ਨੇ ਖੁਦ ਵੀ ਪ੍ਰਾਰਥਨਾ ਕੀਤੀ ਔਰ ਪ੍ਰੋਫਿਟ ਜੀ ਨਾਲ ਸ਼ੇਅਰ ਕੀਤਾ ਇਸ ਚੀਜ਼ ਨੂੰ ਔਰ ਅਸੀਂ ਸੁਣਦੇ ਹਾਂ ਕਿ ਪ੍ਰੋਫਿਟ ਜੀ ਨੇ ਇਹਨਾਂ ਨੂੰ ਕਿਹੜੇ ਵਰਡ ਦਿੱਤੇ ਔਰ ਅੱਜ ਇਹ ਉਸ ਚੀਜ਼ ਤੋਂ ਬਾਹਰ ਹੈ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਪੁੱਛਦੇ ਹਨ। ਹਾਲੇਲੂਇਆ हालेलुया ਸਾਰਿਆਂ ਨੂੰ ਚਾਂਸੀ ਦੀ ਮੇਰੇ ਵੱਲ ਕਿ 21 ਤਰੀਕ ਦੀ ਗੱਲ ਹੈ, ਦੁਪਹਿਰੇ ਕੋਈ 3:30 ਵਜੇ ਦੀ ਗੱਲ ਹੈ। ਜੋ ਛੁੱਟੀ ਹੋਈ ਹੈ ਕਿ ਮੈਨੂੰ ਪਤਾ ਲੱਗਾ ਕਿ ਮੇਰੀ ਕੰਪਲੇਂਟ ਗਈ ਆ। ਕੰਪਲੇਂਟ ਵੀ ਇਹੋ ਜਿਹੀ ਗਈ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੁਝ ਕੀਤਾ ਜਾਂ ਨਹੀਂ ਕੀਤਾ, ਮਤਲਬ ਝੂਠ ਸੀ ਸਭ ਕੁਝ ਹੀ। ਮੈਂ ਉਹ ਵਰਡਸ ਲੈ ਕੇ ਹੀ ਘਰੇ ਆ ਗਈ। 5 ਵਜੇ ਮੈਂ ਘਰੇ ਆਈ, ਸਾਡੀ ਮੀਟਿੰਗ 1.5 ਘੰਟਾ ਚੱਲੀ। ਮੈਂ ਸਾਰੇ ਵਰਡਸ ਘਰੇ ਆ ਗਈ, ਪਾਸਟਰ ਜੀ ਨੂੰ ਫੋਨ ਕੀਤਾ, ਇਹਨਾਂ ਨੇ ਮੈਨੂੰ ਫੋਨ ਨਹੀਂ ਚੱਕਿਆ। ਮੇਰੇ ਇਹਨਾਂ ਨਾਲ ਗੱਲ ਹੋਈ ਰਾਤੀ 11 ਵਜੇ, ਮੈਂ ਇਹਨਾਂ ਨੂੰ ਸਾਰੀ ਗੱਲ ਦੱਸੀ, ਬਟ ਮੈਨੂੰ ਯਕੀਨ ਸੀ ਕਿ ਪਰਮੇਸ਼ਰ ਜਿਹੜਾ ਮੇਰਾ ਨਹੀਂ ਇੱਦਾਂ ਦਾ ਕੁਝ ਕਰੇਗਾ ਕਿ ਮੈਨੂੰ ਨੀਵਿਆਂ ਹੋਣਾ ਪਏਗਾ। ਇਹਨਾਂ ਨੇ ਮੈਨੂੰ ਵਰਡਸ ਦਿੱਤੇ ਕਿ ਸਿਸਟਰ ਅੱਜ ਤੋਂ ਬਾਅਦ ਇਸ ਟੌਪਿਕ ਤੇ ਕੋਈ ਵੀ ਗੱਲ ਨਹੀਂ ਹੋਏਗੀ। ਮੈਂ ਧੰਨਵਾਦ ਖੁਦਾ ਦਾ ਕਰਦੀ ਹਾਂ। ਅੱਜ 1 ਤਰੀਕ ਹੋ ਗਈ ਹੈ, 21 ਤਰੀਕ ਦੀ ਗੱਲ ਆ, ਇਸ ਟੌਪਿਕ ਬਾਰੇ ਕੋਈ ਗੱਲ ਨਹੀਂ ਹੋਈ। ਅੱਜ ਵੀ ਮੈਂ ਆਪਣੀ ਜੌਬ ਤੇ ਜਾਂਦੀ ਹਾਂ। हालेलुया उसदी ताकत अकेला शैतान शर्मिंदा है, उसदी ताकत अकेला शैतान शर्मिंदा है। कि साडा रब जिंदा है, कि साडा रब जिंदा है, कि साडा रब जिंदा है, कि साडा रब जिंदा है। हालेलुया हालेलुया और ये सेकंड टेस्टिमनी है। हालेलुया हालेलुया और इस सिलसिले में दस रहे हैं कि ਜਦੋਂ मैं अपनी बेटी की टेस्टिमनी दे रही थी कि जिस दिन उससे अभिषेक आया, खुदावन ने अपने लहू ਦੇ ਨਾਲ ਉਹਨੂੰ ਕਵਰ ਕੀਤਾ, ਉਸਦੇ ਹੱਥਾਂ ਤੇ ਆਇਲ ਆ ਰਿਹਾ ਸੀਗਾ ਮੇਰੀ ਬੇਟੀ ਤੇ। ਔਰ ਸਿਸਟਰ ਜੀ ਦੱਸ ਰਹੇ ਕਿ ਮੈਂ ਉਸ ਨੂੰ ਰਿਸੀਵ ਕਰ ਰਹੀ ਸੀ ਆਪਣੀ ਬੇਟੀ ਦੇ ਵਾਸਤੇ। ਔਰ ਸੱਚਮੁੱਚ ਖੁਦਾਵੰ ਨੇ ਇਹਨਾਂ ਨੂੰ ਜੋ ਇਹਨਾਂ ਨੇ ਰਿਸੀਵ ਕੀਤਾ ਉਸ ਟੈਸਟੀਮਨੀ ਨੂੰ और अपनी बेटी दी इस टेस्टमेंट के नाल विद प्रूफ आज परमेश्वर के घर में खड़े हैं। हालेलुया हालेलुया हाँ जी सिस्टर दसो तुसी ਤੁਹਾਡੀ ਬੇਟੀ ਦਾ ਕਿਸ ਤਰ੍ਹਾਂ ਹੋਇਆ? ਇਹ ਮੇਰੇ ਕੋਲ ਨਹੀਂ ਰਹਿੰਦੀ ਹੁਣ, ਇਹ ਮੇਰੀ ਮਾਸੀ ਜੀ ਕੋਲ ਰਹਿੰਦੀ ਕਿ ਜਿਹੜੀ ਦਵਾਈ ਦੇ ਕੇ ਗਏ ਆਪਣੀ ਬੇਟੀ ਦੀ ਇਟਲੀ ਵਾਲੀ, ਉਹਨਾਂ ਕੋਲ ਰਹਿੰਦੀ ਆ, ਉਹਨਾਂ ਕੋਲੋਂ ਕੋਰਸ ਕਰਦੀ ਆ ਰਹਿ ਕੇ। ਤੇ ਇਹਨੇ ਮੈਨੂੰ ਫੋਨ ਨਹੀਂ ਕੀਤਾ, ਇਹਨੇ ਮੈਨੂੰ ਮੈਸੇਜ ਕੀਤਾ, ਕਿਉਂਕਿ ਇਹਦੀ ਗੱਲ ਪਾਸਟਰ ਜੀ ਨਾਲ ਹੁੰਦੀ ਪਈ ਸੀਗੀ, ਮੇਰੇ ਨਾਲ ਨਹੀਂ ਹੁੰਦੀ, ਕਿ
ਇਹਨੇ ਮੈਨੂੰ ਮੈਸੇਜ ਦਿੱਤਾ ਕਿ ਮੰਮਾ ਦੇਖੋ ਫੋਨ ਤੇ ਮੈਨੂੰ ਮੈਸੇਜ ਭੇਜਿਆ। ਉਸ ਟਾਈਮ ਮੇਰੀ ਇਟਲੀ ਵਾਲੀ ਸਿਸਟਰ ਦਾ ਫੋਨ ਆ ਰਿਹਾ ਸੀ, ਮੈਂ ਕੋਈ ਜ਼ਿਆਦਾ ਗੌਰ ਨਹੀਂ ਕੀਤਾ। ਮੈਂ ਜਦੋਂ ਮਾਰਨਿੰਗ ਉੱਠੀ ਆ ਤੇ ਮੈਂ ਆਪਣੇ ਫੋਨ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਤੇ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕੋਲੋਂ ਵਰਡ ਨਹੀਂ ਸੀ ਕਿਉਂਕਿ ਉਹ ਮੈਂ ਗਵਾਹੀ ਰਿਸੀਵ ਕਰਕੇ ਗਈ ਸੀ ਕਿ ਇਹ ਪ੍ਰਭੂ ਜਿਸ ਤਰ੍ਹਾਂ ਇਹ ਸਿਸਟਰ ਖੜੇ ਹੋਏ ਨੇ ਕਿ ਮੈਂ ਵੀ ਇਹ ਗਵਾਹੀ ਲੈ ਕੇ ਆਪਣੀ ਬੇਟੀ ਨੂੰ ਨਾਲ ਲੈ ਕੇ ਖੜੀ ਹੋਵਾਂ। ਸੱਚਮੁੱਚ ਅੱਜ ਉਸ ਗਵਾਹੀ ਦੇ ਨਾਲ ਮੈਂ ਖੜੀ ਹਾਂ। ਬਹੁਤ ਵਧੀਆ ਲੱਗਾ ਮੈਨੂੰ। ਬਾਕੀ ਇਹਦੇ ਮੂੰਹ ਸੁਣੋ ਕਿ ਇਹਦੇ ਨਾਲ ਕੀ ਹੋਇਆ। ਜੈਮਸੀ ਦੀ ਸਾਰਿਆਂ ਨੂੰ ਐਮਸੀ ਇਹ ਗੱਲ ਮੈਂ ਆਪਣੇ ਮਦਰ ਨੂੰ ਵੀ ਦੱਸੀ ਕਿ ਮੇਰੇ ਨਾਲ ਕੀ ਹੁੰਦਾ ਪਿਆ। ਉਹ ਚੀਜ਼ ਮੇਰੇ ਕੰਟਰੋਲ ਤੋਂ ਬਾਹਰ ਸੀ ਤੇ ਮੈਂ ਪਾਸਟਰ ਜੀ ਨੂੰ ਵੀ ਦੱਸੀ। ਫਿਰ ਮੈਨੂੰ ਮਾਸੀ ਜੀ ਨੇ ਕਿਹਾ ਤੂੰ ਪਾਸਟਰ ਜੀ ਨਾਲ ਗੱਲ ਕਰ। ਉਹ ਤੋਂ ਪਹਿਲਾਂ ਜਦੋਂ ਮੈਂ ਗੱਲ ਨਹੀਂ ਕੀਤੀ ਸੀ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਮੇਰਾ ਇੱਕਦਮ ਮਨ ਹੋਇਆ ਪ੍ਰਾਰਥਨਾ ਵੱਲ। ਪਹਿਲਾਂ ਮੈਂ ਕਰਦੀ ਸੀ, ਮੈਂ ਥੋੜੀ ਕਰਦੀ ਸੀ। ਮੈਂ ਇੱਕ ਟਾਈਮ ਕਰਨੀ, ਹੁਣ ਮੈਂ 2 ਟਾਈਮ ਕਰਦੀ ਹਾਂ, ਖੁਦਾ ਦੇ ਨਾਮ ਲੈਣੀ ਆ। ਤੇ ਉਹ ਇੱਕਦਮ ਚੇਂਜ ਸੀ। ਉਹ ਮੈਨੂੰ ਨਹੀਂ ਪਤਾ ਮੇਰੇ ਚੋਂ ਚੇਂਜ ਕਿੱਦਾਂ ਆਇਆ। ਫਿਰ ਮੈਂ ਪਾਸਟਰ ਜੀ ਨਾਲ ਸਾਰੀ ਗੱਲ ਕੀਤੀ। ਮੈਂ ਘਰੇ ਕਿਸੇ ਨੂੰ ਨਹੀਂ ਦੱਸਿਆ ਕਿ ਮੈਨੂੰ ਕਿੱਦਾਂ ਹੁੰਦਾ ਆ। ਫਿਰ ਮੈਨੂੰ ਪਾਸਟਰ ਜੀ ਨੇ ਹੌਲੀ ਹੌਲੀ ਮੇਰੇ ਲਈ ਰੋਜ਼ ਪ੍ਰਾਰਥਨਾ ਕੀਤੀ 2 ਟਾਈਮ ਤੇ ਉਸ ਚੀਜ਼ ਨੇ ਮੇਰੇ 'ਚ ਇੰਨੀ ਇੰਪਰੂਵਮੈਂਟ ਲਿਆਈ। ਤੇ ਇਦਾਂ ਹੀ ਮੇਰਾ ਰੋਜ਼ ਮਨ ਕਰਦਾ ਕਿ ਮੈਂ ਪ੍ਰਾਰਥਨਾ ਕਰਾਂ। ਇੱਕ ਵੀ ਦਿਨ ਹੁਣ ਇਦਾਂ ਦਾ ਨਹੀਂ ਹੈ ਜਿਸ ਦਿਨ ਮੈਂ ਇੱਕ ਵੀ ਟਾਈਮ ਪ੍ਰਾਰਥਨਾ ਛੱਡੀ ਹੋਵੇ। ਹਾਲੇਲੂਇਆ। ਔਰ ਜਦੋਂ ਇਹ ਸਿਸਟਰ ਜੀ ਪ੍ਰਾਰਥਨਾ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹੱਥਾਂ ਦੇ ਇਸ ਆਇਲ ਆ ਰਿਹਾ ਸੀ ਕਿਉਂਕਿ ਅਸੀਂ ਜਾਣਦੇ ਕਿ ਜਦੋਂ ਹੌਲੀ ਸਪਿਰਿਟ ਸਾਨੂੰ ਮਿਲਦਾ ਸਾਨੂੰ ਪਤਾ ਨਹੀਂ ਚੱਲਦਾ ਕਿ ਸਾਡੀ ਬਾਡੀ ਵਿੱਚ ਕੀ ਹੋ ਰਿਹਾ ਕਿ ਅਸੀਂ ਡਰ ਜਾਂਦੇ ਕਿ ਸਾਨੂੰ ਝਟਕੇ ਕਿਉਂ ਲੱਗ ਰਹੇ ਆ। ਮੈਂ ਦੱਸਿਆ ਕਿ ਮੇਰੀ ਬੇਟੀ ਨਾਲ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੀ। ਉਹ ਡਰ ਰਹੀ ਸੀ। ਜਦੋਂ ਉਹਨੂੰ ਹੌਲੀ ਸਪਿਰਿਟ ਟੱਚ ਕਰਦਾ ਕੰਟਰੋਲ ਕਰ ਲੈਂਦੀ ਸੀ। ਮੈਂ ਕੰਟਰੋਲ ਨਹੀਂ ਕਰਨਾ ਹੈ। ਪਰਮੇਸ਼ਰ ਦਾ ਅਨੁਗ੍ਰਹਿ ਤੇਰੇ ਤੇ ਫਜ਼ਲ ਹੈ ਤੇਰੇ ਤੇ। ਤੂੰ ਕੀ ਕਰ ਹੁਣ ਆਪਣੀ ਬਾਡੀ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪ ਦੇ। ਜਿਸ ਤਰ੍ਹਾਂ ਹੌਲੀ ਸਪਿਰਿਟ ਤੈਨੂੰ ਗਾਈਡ ਕਰਦਾ ਤੂੰ ਉਸ ਤਰ੍ਹਾਂ ਚੱਲ। ਹਾਲੇਲੂਇਆ। ਔਰ ਇਹ ਕੀ ਕਰ ਰਹੀ ਸੀ ਖੁਦਾਵੰਦ ਦੇ ਦਾਸ ਦੇ ਨਾਲ ਪ੍ਰੋਫਿਟ ਦੇ ਨਾਲ ਸ਼ੇਅਰ ਕਰ ਰਹੀ ਸੀ ਰੋਜ਼ ਔਰ ਪ੍ਰਾਰਥਨਾ ਕਰਵਾ ਰਹੀ ਸੀ। ਔਰ ਪ੍ਰਾਰਥਨਾ ਦੇ ਦੌਰਾਨ ਜਦੋਂ ਇਹ ਬੇਟੀ ਪ੍ਰਾਰਥਨਾ ਕਰ ਰਹੇ ਸੀਗੇ ਪ੍ਰੇਅਰ ਦੇ ਟਾਈਮ 'ਚ ਆਪਣੇ ਇਹਨਾਂ ਦੇ ਹੱਥਾਂ ਦੇ ਉੱਪਰ ਆਇਲ ਆਇਆ। ਖੁਦਾਵੰਦ ਨੇ ਇਹਨਾਂ ਨੂੰ ਬਲੈਸ ਕੀਤਾ ਆਪਣੇ ਲਹੂ ਦੇ ਨਾਲ ਆਪਣੇ ਨੇਮਤ ਦੇ ਨਾਲ ਅਭਿਸ਼ੇਕ ਦੇ ਨਾਲ। ਹਾਲੇਲੂਇਆ। ਮੈਂ ਜਿੱਥੇ ਜਾਵਾਂ ਯਿਸੂ ਮੇਰੇ ਨਾਲ ਮੈਂ ਜਿੱਥੇ ਜਾਵਾਂ ਤੇ ਪ੍ਰਭੂ ਦੀ ਕਿਰਪਾ ਦੇ ਨਾਲ ਅੱਜ ਉਹ ਸੰਡੇ ਕੰਮ ਤੇ ਗਈ ਹੋਈ ਹੈ ਤੇ ਪਰ ਉਹਦੇ ਕੋਲ ਹੈ ਨਹੀਂ ਗਏ ਲੇਕਿਨ ਉਹ ਫਿਰ ਵੀ ਅੱਜ ਕੰਮ ਤੇ ਗਈ ਹੋਈ ਹੈ। ਧੰਨਵਾਦ ਕਰਦੀ ਹਾਂ ਮੈਂ ਇਸ ਪ੍ਰਭੂ ਦੀ ਮਹਿਮਾ ਦਾ। ਇਹ ਬੇਟੀ ਐਂਜਲ ਹੈ ਪਹਾੜੀਪੁਰ ਤੋਂ। ਇਹ ਦੱਸ ਰਹੀ ਹੈ ਬੇਟੀ ਕਿ ਜਦੋਂ ਵਰਸ਼ਿਪ ਦੇ ਦੌਰਾਨ ਜਦੋਂ ਮਾਸ ਪ੍ਰੇਅਰ ਹੋ ਰਹੀ ਸੀ ਔਰ ਬੇਟੀ ਨੇ ਦੱਸਿਆ ਕਿ ਮੈਂ ਤਾੜੀ ਨਹੀਂ ਸੀ ਵਜਾ ਰਹੀ। ਪਤਾ ਨਹੀਂ ਮੇਰੀ ਜ਼ੋਰ ਨਾਲ ਤਾੜੀ ਵੱਜ ਰਹੀ ਸੀ। ਔਰ ਅਸੀਂ ਜਾਣਦੇ ਹਾਂ ਕਿ ਇਹ ਕਦੋਂ ਹੁੰਦਾ ਜਦੋਂ ਹੌਲੀ ਸਪਿਰਿਟ ਸਾਨੂੰ ਟੱਚ ਕਰਦਾ ਔਰ ਇਹਨੂੰ ਪਤਾ ਚੱਲ ਗਿਆ ਕਿ ਹੁਣ ਖੁਦਾਵੰਦ ਦਾ ਅਭਿਸ਼ੇਕ ਮੇਰੇ ਉੱਪਰ ਹੈ ਔਰ ਪਵਿੱਤਰ ਆਤਮਾ ਮੈਨੂੰ ਛੂੰਹਦਾ ਹੈ। ਔਰ ਉਹ ਪਵਿੱਤਰ ਆਤਮਾ ਇਸ ਬੇਟੀ ਦੀ ਗਵਾਹੀ ਕਰ ਰਿਹਾ ਸੀ ਵਰਸ਼ਿਪ ਕਰਨ 'ਚ ਆਰਾਧਨਾ ਕਰਨ 'ਚ ਉਹ ਰੂਹ 'ਚ ਭਰ ਕੇ ਪ੍ਰਾਰਥਨਾ ਕਰ ਰਹੀ ਸੀ। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਮੈਂ ਕਿਉਂ ਡਰਾਂ ਕਿਉਂਕਿ ਹੌਲੀ ਸਪਿਰਿਟ ਤਿਆਰ ਹੈ ਸਾਨੂੰ ਫੀਲ ਕਰਨ ਵਾਸਤੇ ਸਾਨੂੰ ਭਰਨ ਲਈ। ਪਰ ਇਹ ਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਆ ਤੇ ਉਹ ਜਿਹੜਾ ਸਾਡੇ ਉੱਪਰ ਮੱਸਾ ਆਉਂਦਾ ਅਭਿਸ਼ੇਕ ਆਉਂਦਾ ਉਹ ਠਹਿਰਿਆ ਰਹਿੰਦਾ ਉਹਨੂੰ ਫਿਰ ਸ਼ੈਤਾਨ ਛੂ ਨਹੀਂ ਸਕਦਾ। ਇਸੇ ਕਰਕੇ ਤੁਸੀਂ ਸਮੇਂ ਨਾ ਹੋ ਲਗਾਓ ਬਲਕਿ ਉਹ ਦਿਨ ਉਹ ਸਮੇਂ ਦੂਰ ਨਹੀਂ ਜਦੋਂ ਪਰਮੇਸ਼ਰ ਖੁਦਾਵੰਦ ਨੇ ਆਉਣਾ ਔਰ ਸਾਨੂੰ ਆਪਣੇ ਆਪ ਨੂੰ ਹੀ ਨਹੀਂ ਆਪਣੇ ਬੱਚਿਆਂ ਨੂੰ ਪੂਰੀ ਫੈਮਿਲੀ ਨੂੰ ਆਪਣੇ ਘਰਾਣੇ ਨੂੰ ਸਾਨੂੰ ਸਭ ਨੂੰ ਕੀ ਕਰਨਾ ਚਾਹੀਦਾ ਹੁਣ ਤਿਆਰੀ ਕਰ ਲੈਣੀ ਚਾਹੀਦੀ ਹੈ। ਹਾਲੇਲੂਇਆ। ਇਹ ਬ੍ਰਦਰ ਜੀ ਆਪਣੀ ਸਿਸਟਰ ਦੀ ਟੈਸਟਮਨੀ ਦੱਸਦੇ ਨੇ। ਇਹਨਾਂ ਦੀ ਸਿਸਟਰ ਕੁਆਇਤ ਦੇ ਵਿੱਚ ਆ ਔਰ ਇਹਦੇ ਸਿਸਟਰ ਦੇ ਕੋਲ 5-6 ਮਹੀਨਿਆਂ ਤੋਂ ਲਗਾਤਾਰ ਕੰਮ ਨਹੀਂ ਸੀ ਔਰ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ। ਔਰ ਬ੍ਰਦਰ ਜੀ ਨੇ ਆਪਣੀ ਸਿਸਟਰ ਦੀ ਸਾਰੀ ਪਰੇਸ਼ਾਨੀ ਪ੍ਰੋਫਿਟ ਜੀ ਦੇ ਨਾਲ ਸ਼ੇਅਰ ਕੀਤੀ ਔਰ ਪ੍ਰੋਫਿਟ ਜੀ ਨੇ ਇਹਨਾਂ ਦੀ ਸਿਸਟਰ ਦੇ ਲਈ ਪ੍ਰੇਅਰ ਕੀਤੀ ਔਰ ਪ੍ਰੋਫੈਟਿਕ ਵਰਡਸ ਦਿੱਤੇ ਕਿ ਤੁਹਾਡੀ ਸਿਸਟਰ ਨੂੰ ਕੰਮ ਮਿਲ ਚੁੱਕਾ ਹੈ। ਔਰ ਬ੍ਰਦਰ ਜੀ ਦੱਸਦੇ ਨੇ ਕਿ ਮੈਂ ਵਿਸ਼ਵਾਸ ਦੇ ਨਾਲ ਇਹਨਾਂ ਵਰਡਸ ਨੂੰ ਰਿਸੀਵ ਕੀਤਾ ਔਰ ਉਸੇ ਵੀਕ ਇਹਨਾਂ ਦੀ ਸਿਸਟਰ ਨੂੰ ਕੰਮ ਮਿਲ ਚੁੱਕਾ ਹੈ ਔਰ ਉਹ ਆਪਣੀ ਜੌਬ ਦੇ ਉੱਤੇ ਜਾ ਰਹੇ ਨੇ ਇਸ ਵੱਡੀ ਭਲਾਈ ਦੇ ਲਈ ਜੋ ਪਰਮੇਸ਼ਰ ਨੇ ਸਿਸਟਰ ਦੇ ਜੀਵਨ ਦਾ ਬੰਧਨ ਤੋੜਿਆ ਔਰ ਅੱਛੇ ਕੰਮ ਦੇ ਨਾਲ ਬਲੈਸ ਕੀਤਾ ਹੈ। ਇਸ ਲਈ ਇਹ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਕਿਉਂਕਿ ਸਰ ਹਾਲੇਲੂਇਆ ਹਾਲੇਲੂਇਆ ਤਾਰੀਫ ਕਰਾਂਗੇ ਜ਼ੋਰ ਨਾਲ। ਬ੍ਰਦਰ ਵਿਕਰਮਜੀਤ ਸਿੰਘ ਇਹਨਾਂ ਦੇ ਪਿੰਡ ਟੁੱਟ ਕਲਾਂ ਤੋਂ ਆਏ ਆ ਔਰ ਇਹ ਅੱਜ ਦੂਜੀ ਵਾਰੀ ਆਏ ਆ। ਦੂਸਰੀ ਵਾਰੀ ਆਏ ਤੁਸੀਂ ਦੂਜੀ ਵਾਰੀ ਆਉਣ ਵਿੱਚ ਇਹਨਾਂ ਦੀ ਐਡੀ ਵੱਡੀ ਗਵਾਹੀ ਬਣ ਗਈ ਆ। ਇਹ ਜਦੋਂ ਫਸਟ ਟਾਈਮ ਆਏ ਸੀਗੇ ਇਹਨਾਂ ਦੇ ਉੱਪਰ ਇੱਕ ਕੇਸ ਚੱਲਦਾ ਸੀਗਾ ਜੋ 8 ਸਾਲ ਤੋਂ ਲਗਾਤਾਰ ਚੱਲ ਰਿਹਾ ਸੀਗਾ ਔਰ 8 ਸਾਲ ਤੋਂ ਇਹ ਤਰੀਕਾ ਭੁਗਤ ਰਹੇ ਸੀਗੇ। ਲੇਕਿਨ ਜਦੋਂ ਫਸਟ ਪਹਿਲੇ ਵੀ ਗਏ ਆਏ ਆ
और इन्होंने प्रॉफिट जी ने गल की अपने केस बारे और प्रॉफिट जी ने केस सारा सुनिया और प्रार्थना की और फर्स्ट वीक ही प्रॉफिट जी ने प्रोफेसी कर दी सी कि जो नेक्स्ट तारीख तुहाडी आएगी परमेश्वर तुहानू आजाद करेगा। हालेलुया। और उस तरह होया। उस तो बाद प्रोफेसी करन तो बाद इन्हां दी तारीख पई और तारीख इन्हां दी लास्ट सीगी। उसे तारीख दे विच जज ने इन्हां नू पूरी तरह बरी कर दिता। हालेलुया। क्योंकि साडा रब जिंदा है, साडा रब जिंदा है, उसकी ताकत देता शैतान शर्मिंदा है, उसकी ताकत देता शैतान शर्मिंदा है। क्योंकि साडा रब जिंदा है, क्योंकि साडा रब जिंदा है, क्योंकि साडा रब जिंदा है, क्योंकि साडा रब जिंदा है। हालेलुया। लेकिन वकील ने एक कंडीशन रखी सी कि तुसी 2 गवाह लेके आओ। उस वक्त वकील ने कहा सीगा कि तुसी 2 गवाह लेके आओ और अपनी गवाही देंगे फिर तुहानू बरी किया जाएगा। लेकिन परमेश्वर का फेवर इन्हां दे उपर आया और परमेश्वर की आत्मा ने जज नू छुया और जज साहब ने उस वेले ऑन दी स्पॉट इन्हां नू हर एक चीज तो बरी कर दिता। कहंदे गवाहां दी भी कोई लोड़ नहीं है, जाओ तुसी पूरी तरह आजाद हो। मैं किथे जावां यीशु मेरे नाल नाल, मैं किथे जावां। सिस्टर सोनिया मकसूदा तो सिस्टर सोनिया मकसूदा तो सिस्टर ਦੀ ਗਵਾਹੀ ਆ ਕਿ ਵੀਰਵਾਰ ਦੀ ਇਹਨਾਂ ਨੇ ਮੀਟਿੰਗ ਅਟੈਂਡ ਨਹੀਂ ਕੀਤੀ ਪਰ ਜੋ ਇਹਨਾਂ ਦਾ ਡੇਲੀ ਪ੍ਰੇਅਰ ਦਾ ਟਾਈਮ ਸੀਗਾ 5 ਤੋਂ 6 ਉਸ ਦੇ ਵਿੱਚ ਆਏ ਤੇ ਜੋ ਵੀਰਵਾਰ ਵਚਨ ਹੋਇਆ ਸੀਗਾ ਜਿੱਦਾਂ ਹੀ ਸਿਸਟਰ ਜੀ ਆਏ ਤੇ ਮੈਂ ਸਿਸਟਰ ਜੀ ਨੂੰ ਉਸ ਵਚਨ ਦੇ ਬਾਰੇ ਦੱਸਿਆ ਕਿ ਅੱਜ ਪ੍ਰੋਫੈਟ ਜੀ ਨੇ ਸਾਨੂੰ ਇਹ ਵਚਨ ਦੱਸਿਆ ਔਰ ਥਰਸਡੇ ਪ੍ਰੋਫੈਟ ਜੀ ਨੇ ਵਚਨ ਦੇ ਵਿੱਚ ਕਿਹਾ ਕਿ ਕਿੰਨੇ ਜਾਣੇ ਬਿਮਾਰ ਆ ਆਪਣਾ ਹੱਥ ਖੜਾ ਕਰੋ ਤੇ ਪ੍ਰੋਫੈਟ ਜੀ ਨੇ ਦੱਸਿਆ ਕਿ ਤੁਸੀਂ ਕੀ ਕੰਮ ਕਰਨਾ ਆ। ਹਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸਿਰ ਦੇ ਉੱਤੇ ਪਰਮੇਸ਼ਰ ਦਾ ਲਹੂ ਲਗਾਉਣਾ ਆ ਔਰ ਪਰਮੇਸ਼ਰ ਦਾ ਪ੍ਰੇਅਰ ਵਾਲਾ ਅਨੋਇੰਟਿੰਗ ਵਾਟਰ ਜਿਹੜਾ ਉਹ ਤੁਸੀਂ ਪੀਣਾ ਆ। ਜਦੋਂ ਤੁਸੀਂ ਇਸ ਤਰ੍ਹਾਂ ਰੋਜ਼ ਕਰੋਗੇ ਤੇ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ। ਤੇ ਜਿੱਦਾਂ ਹੀ ਸਿਸਟਰ ਜੀ ਆਏ ਮੈਂ ਵੀ ਉੱਥੇ ਪ੍ਰੇਅਰ ਕਰਦੀ ਸੀ ਤੇ ਮੈਂ ਇਹਨਾਂ ਨੂੰ ਉਸ ਦਿਨ ਦਾ ਵਚਨ ਦੱਸਿਆ ਔਰ ਜਦੋਂ ਇਹਨਾਂ ਨੇ ਵਚਨ ਸੁਣਿਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਉਸ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਕੀ ਹੋਇਆ ਜਦੋਂ ਤੁਸੀਂ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕੀਤਾ। ਸਭ ਨੂੰ ਜੈ ਮਸੀਹ ਦੀ। ਪ੍ਰਭੂ ਦੇ ਦਾਤਾ ਜੀ ਨੂੰ ਵੀ ਜੈ ਮਸੀਹ ਦੀ। ਮੈਂ ਆਪਣੀ ਗਵਾਹੀ ਦੱਸਣਾ ਚਾਹਨੀ ਆ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਜਦੋਂ ਮੈਂ ਮੀਟਿੰਗ 'ਚ ਆਈ ਸੀਗੀ ਕੁਝ ਦਿਨ ਪਹਿਲਾਂ ਹੀ 5 ਤੋਂ 6 ਦਾ ਟਾਈਮ ਹੁੰਦਾ 6 ਤੋਂ 7 ਫੇਰ ਰੈਗੂਲਰ ਮੀਟਿੰਗ ਹੁੰਦੀ ਆ ਰੋਜ਼ਾ ਪ੍ਰਾਰਥਨਾ ਦੀ ਤੇ ਜਦੋਂ ਸਾਰੀ ਮੀਟਿੰਗ ਖਤਮ ਹੋ ਚੁੱਕੀ ਜਦੋਂ ਮੈਂ ਘਰ ਜਾਣ ਲੱਗੀ ਔਰ ਮੇਰੇ ਕੋਲ ਪੈਦਲ ਤੁਰ ਨਹੀਂ ਹੋਇਆ ਮੇਰੇ ਗਿੱਟੇ ਤੇ ਅੱਡੀ ਤੇ ਉਹ ਲੱਤ 'ਚ ਇੰਨਾ ਜ਼ਿਆਦਾ ਦਰਦ ਸੀ ਨਾ ਮੈਂ ਆਈ ਬਿਲਕੁਲ ਨਾਰਮਲ ਸੀ ਔਰ ਲੇਕਿਨ ਨਾ ਮੇਰੇ ਪੈਰ ਤੇ ਭਾਰ ਪੈ ਰਿਹਾ ਸੀ ਨਾ ਮੈਂ ਤੁਰ ਪਾ ਰਹੀ ਸੀ। ਮੈਂ ਆਪਣੀ ਬੇਟੀ ਨੂੰ ਫੋਨ ਕੀਤਾ ਮੈਨੂੰ ਘਰ ਲੈ ਕੇ ਗਈ ਔਰ ਮੈਂ ਮੈਡੀਸਨ ਬਹੁਤ ਜ਼ਿਆਦਾ ਘੱਟ ਖਾਂਦੀ ਆ ਔਰ 2 ਦਿਨ ਮੇਰੇ ਪੈਰ 'ਚ ਇੰਨਾ ਜ਼ਿਆਦਾ ਦਰਦ ਰਿਹਾ ਨਾ ਕਿ ਮੈਂ ਬਹੁਤ ਬਰਦਾਸ਼ਤ ਤੋਂ ਬਾਹਰ ਹੋ ਗਿਆ। ਫਿਰ ਮੈਂ ਮੈਡੀਸਨ ਮੈਨੂੰ ਖਾਣੀ ਪਈ ਲੇਕਿਨ ਮੈਡੀਸਨ ਦਾ ਜਦ ਤੱਕ ਅਸਰ ਹੁੰਦਾ ਸੀ ਔਰ ਉਦੋਂ ਤੱਕ ਹੀ ਮੈਨੂੰ ਆਰਾਮ ਰਹਿੰਦਾ ਸੀ ਔਰ ਮੈਂ ਚਰਚ ਆਪਣੇ ਟਾਈਮ ਤੇ ਨਹੀਂ ਜਾ ਪਾਈ। ਫਿਰ ਜਦੋਂ ਮੇਰਾ ਥੋੜਾ ਪੈਰ ਠੀਕ ਹੋਇਆ ਫਿਰ ਸਿਸਟਰ ਜੀ ਨੇ ਮੈਨੂੰ ਦੱਸਿਆ ਕੋਈ ਪ੍ਰੋਫੈਟ ਜੀ ਨੇ ਇਹ ਵਾਲਾ ਵਚਨ ਦਿੱਤਾ ਆ ਔਰ ਫਿਰ ਮੈਂ ਉੱਦਾਂ ਹੀ ਘਰ ਜਾ ਕੇ ਕੀਤਾ ਔਰ ਮੈਂ ਬਿਲਕੁਲ ਮੇਰੀ ਅੱਡੀ ਚੰਗੀ ਹੋ ਗਈ ਆ ਮੇਰੇ ਪੈਰ ਮੇਰਾ ਠੀਕ ਹੋ ਗਿਆ। ਅੱਜ ਮੇਰੀ ਸੇਵਾ ਦਾ ਪਹਿਲਾ ਦਿਨ ਸੀਗਾ ਤੇ ਮੈਂ ਸਵੇਰੇ ਪੂਰਾ ਕੰਮ ਕੀਤਾ ਆ ਘਰ ਦਾ ਜੋ ਵੀ ਕਰਨਾ ਹੁੰਦਾ ਸੀ ਨਹੀਂ ਤਾਂ ਜਦੋਂ ਵੀ ਮੈਂ ਸਵੇਰੇ ਉੱਠਦੀ ਸੀ ਇਦਾਂ ਲੱਗਦਾ ਸੀ ਕਿ ਨਾ ਮੇਰੇ ਭਾਰ ਪੈਂਦਾ ਸੀ ਮੈਂ ਪੈਰ ਤੇ ਚੜਾ ਕੇ ਤੁਰਦੀ ਸੀ ਔਰ ਦੀਵਾਰ ਨੂੰ ਫੜ ਕੇ ਬੈੱਡ ਨੂੰ ਫੜ ਕੇ ਹੀ ਉੱਠਦੀ ਸੀਗੀ। ਅੱਜ ਮੈਂ ਇਦਾਂ ਮੈਂ ਕਿਹਾ ਖੁਦਾਬੰਦ ਮੈਂ ਜਦੋਂ ਤੇਲ ਲਗਾਇਆ ਪਰਮੇਸ਼ਵਰ ਦਾ ਲਹੂ ਲਗਾਇਆ ਮੈਂ ਪ੍ਰੇ ਕੀਤੀ ਮੈਂ ਕਿਹਾ ਖੁਦਾਬੰਦ ਅੱਜ ਮੇਰਾ ਪਹਿਲਾ ਦਿਨ ਆ ਸੇਵਾ ਦਾ ਇਹ ਨਾ ਹੋ ਕੇ ਮੈਂ ਸੇਵਾ ਨਾ ਕਰਾਂ ਔਰ ਮੈਂ ਦਰਦ ਦੇ ਵਿੱਚ ਬੈਠੀ ਰਵਾਂ ਕਿ ਖੁਦਾ ਤੂੰ ਮੈਨੂੰ ਚੰਗਿਆਈ ਦੇ ਮੈਂ ਤੇਰਾ ਲਹੂ ਲਗਾਇਆ ਆ ਜਿਹਦਾ ਪ੍ਰੋਫੈਟ ਜੀ ਦਾ ਵਰਡ ਸੀ ਮੈਂ ਰਿਸੀਵ ਕੀਤਾ ਆ ਔਰ ਅੱਜ ਮੇਰਾ ਸੇਵਾ ਦਾ ਪਹਿਲਾ ਦਿਨ ਸੀ ਔਰ ਮੇਰੇ ਬਿਲਕੁਲ ਵੀ ਦਰਦ ਨਹੀਂ ਹੈ ਔਰ ਮੈਂ ਆਪਣੀ ਸੇਵਾ ਦਾ ਜਿੰਨਾ ਵੀ ਵਕਤ ਖੁਦਾ ਨੇ ਦਿੱਤਾ ਮੈਂ ਬਹੁਤ ਵਧੀਆ ਨਾਲ ਮੈਂ ਖੁਸ਼ ਹਾਂ ਸੇਵਾ ਤੋਂ ਔਰ ਮੈਂ ਬਿਲਕੁਲ ਠੀਕ ਆ ਪ੍ਰਭੂ ਦੀ ਦਇਆ। ਹਾਲੇਲੂਇਆ ਯਿਸੂ ਦੇ ਹਾਲੇਲੂਇਆ 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 ਹਾਲੇਲੂਇਆ। ਪ੍ਰੋਫੈਟ ਜੀ ਸਿਸਟਰ ਦੱਸ ਰਹੇ ਹੈ ਕਿ ਇਹ ਅੱਜ ਸੰਡੇ ਜੋ ਮੀਟਿੰਗ ਤੇ ਨਹੀਂ ਆਣਾ ਚਾਹੁੰਦੇ ਸੀਗੇ ਜਾਂ ਚਰਚ ਨਹੀਂ ਆਣਾ ਚਾਹੁੰਦੇ ਕਹਿੰਦੇ ਕਿ ਮੇਰਾ ਕੋਈ ਪਲਾਨ ਨਹੀਂ ਸੀ ਕਿ ਮੈਂ ਚਰਚ ਜਾਣਾ ਮੈਂ ਸੁੱਤੀ ਹੋਈ ਸੀ
पर की है परमेश्वर वचन की दासा की 6 दिन तू काम कर और 7वें दिन की कर मेरे भवन च हालेलुया ਹਾਲੇਲੂਇਆ क्योंकि स्वर्ग का सिंहासन छड़ के साडे खुदावंद इस जगह सिंहासन लगाते हैं सानू मिलन के वास्ते और ਅਸੀਂ ਕੀ ਕਰਦੇ हैं ਅਸੀਂ कोई नहीं आम संडे समझते हैं बाकी दिनों की तरह ही संडे ਨੂੰ भी समझते हैं पर इस सिस्टर जी नाल की होया ਅਸੀਂ ਇਹਨਾਂ को सुनते हैं और ਅਸੀਂ भी ਅੱਗੇ ਤੋਂ संडे ਨੂੰ मिस नहीं करना ਅਸੀਂ ਅੱਜ ਸਿੱਖਣਾ ਹਾਲੇਲੂਇਆ 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 ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਕਿ ਪਾਸਟਰ ਜੀ ਨੂੰ ਸਿਸਟਰ ਜੀ ਨੂੰ ਜੈਮ ਸੀ ਕਿ ਮੇਰੀ ਅਗਵਾਈ ਇਹ ਕਿ ਮੈਂ ਸਵੇਰੇ ਚਰਚ ਆਉਣਾ ਨਹੀਂ ਸੀ ਚਾਹੁੰਦੀ ਫਿਰ ਰਾਤੀ ਸਾਡੇ ਘਰ ਇੱਕ ਸਿਸਟਰ ਬੀਬੀ ਗਈ ਕਿ ਤੁਸੀਂ ਜਾਣਾ ਮੈਂ ਕਿਹਾ ਹਾਂ ਮੈਂ ਜਾਊਂਗੀ ਸਵੇਰੇ ਮੇਰਾ ਜਿੱਦਾਂ ਮੂਡ ਬਦਲ ਗਿਆ ਮੇਰਾ ਨਹੀਂ ਸੀ ਦਿਲ ਕਰਦਾ ਆਉਣ ਨੂੰ ਮੈਂ ਪਈ ਸੀ ਇਹ ਸਾਰੇ ਤਿਆਰ ਹੋਣ ਚਰਚ ਆਉਣ ਨੂੰ ਤੇ ਮੈਂ ਪਈ ਸੀ ਮੈਨੂੰ ਇੰਨੀ ਨੀਂਦ ਆਈ ਸੀ ਮੈਨੂੰ ਨਹੀਂ ਪਤਾ ਕਿ ਇਹ ਤਿਆਰ ਹੁੰਦੇ ਕੀ ਪਰ ਮੈਨੂੰ ਆਵਾਜ਼ ਸੁਣਦੀ ਸੀ ਤੇ ਲੇਕਿਨ ਖੁਦਾ ਦਾ ਦੂਤ ਆਇਆ ਖੁਦਾ ਆਇਆ ਉਹਨੇ ਤੈਨੂੰ ਮਿਲਾਨ ਕੇ ਮੇਰੇ ਮੱਥੇ ਤੇ ਮਾਰ ਕੇ ਕਿਹਾ ਕਿ ਉੱਠ ਤੇ ਤੂੰ ਚਰਚ ਵਿੱਚ ਜਾ ਉਸੇ ਵਕਤ ਮੇਰੀ ਸਾਰੀ ਨੀਂਦ ਉੱਡ ਗਈ ਮੈਂ ਉੱਠ ਕੇ ਤਿਆਰ ਹੋਣ ਲੱਗੀ ਮੈਂ ਕਿਹਾ ਮੈਂ ਵੀ ਚਰਚ ਜਾਣਾ ਮੈਂ ਚਰਚ ਆਈ ਤੇ ਵਰਸ਼ਿਪ ਦੇ ਦੌਰਾਨ ਖੁਦਾ ਦੀ ਆਤਮਾ ਨੂੰ ਇਸ ਤਰ੍ਹਾਂ ਛੂਇਆ ਕਿ ਜਿੱਦਾਂ ਮੈਂ ਕੋਈ ਨਸ਼ੇ ਵਾਲੀ ਚੀਜ਼ ਖਾ ਲਈ ਮੈਂ ਘੁੰਮ ਰਹੀ ਸੀ ਮੈਨੂੰ ਪਤਾ ਨਹੀਂ ਕਿਹੜੀ ਸਿਸਟਰ ਨੇ ਫੜਿਆ ਮੈਨੂੰ ਇਦਾਂ ਲੱਗਦਾ ਮੈਂ ਕੋਈ ਚੀਜ਼ ਇੱਦਾਂ ਦੀ ਖਾ ਲਈ ਹੈ ਤੇ ਮੈਂ ਉੜਦੀ ਜਾ ਰਹੀ ਹਾਂ ਤੇ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਔਰ ਦੂਸਰੀ ਗਵਾਹੀ ਇਹ ਕਿ ਮੈਂ ਪਾਸਟਰ ਜੀ ਤੋਂ ਪ੍ਰੇਅਰ ਕਰਾਈ ਕਿ ਸਾਡਾ ਛੋਟਾ ਜਿਹਾ ਬੱਚਾ ਸਪੇਨ ਵਿੱਚ ਆ ਪਾਸਟਰ ਜੀ ਉਹਨਾਂ ਨੂੰ ਪਤਾ ਉਹਦਾ ਇੱਕਦਮ ਸਾਹ ਰੁਕ ਗਿਆ ਛਾਤੀ ਉਹਦੀ ਜਾਮ ਹੋ ਗਈ ਬਿਲਕੁਲ ਬੱਚਾ 11 ਘੰਟੇ ਰੋਂਦਾ ਰਿਹਾ ਮੈਂ ਪਾਸਟਰ ਜੀ ਤੋਂ ਪ੍ਰੇਅਰ ਕਰਾਈ ਤੇ ਬਾਜੀ ਕਹਿੰਦਾ ਕਿ ਤੁਸੀਂ ਆ ਜਿਹੜੇ ਅੱਜ ਦਾ ਹਫਤੇ ਆਉਣਾ ਸੰਡੇ ਆਓਗੇ ਤੁਸੀਂ ਗਵਾਹੀ ਦੇ ਨਾਲ ਆਉਣਾ ਤੇ ਬੱਚਾ ਬਿਲਕੁਲ ਠੀਕ ਹੈ ਖੇਡਦਾ ਕੱਲ ਵੀਡੀਓ ਕਾਲ ਤੇ ਗੱਲ ਕੀਤੀ ਸਾਡੇ ਨਾਲ ਗੱਲ ਕਰਦਾ ਵੀ ਬੱਚਾ ਬਿਲਕੁਲ ਠੀਕ ਹੈ ਮੈਂ ਖੁਦਾ ਦਾ ਸ਼ੁਕਰ ਕਰਦੀ ਖੁਦਾ ਦਾ ਧੰਨਵਾਦ ਕਰਦੀ खुदावन तेरे छूने से बड़े बड़े इस जगह ਦੇ ਦੂਸਰੇ ਟੈਸਟੀਮਨੀ ਦੇਣ ਵਾਸਤੇ ਇਸਤੇਮਾਲ ਤੇ ਕਰਦੇ ਕਰਦੇ ਨਾਲ ਦੇ ਨਾਲ ਮੇਰੇ ਘਰ ਦੇ ਵਿੱਚ ਮੇਰੀ ਫੈਮਿਲੀ ਵਿੱਚ ਬਿਗ ਟੈਸਟੀਮਨੀਜ਼ ਨਾਲ ਮੈਨੂੰ ਖੜੇ ਕਰਦੇ ਹਨ ਹਾਲੇਲੂਇਆ मुबारक ਹਾਲੇਲੂਇਆ ਹਾਲੇਲੂਇਆ ਇਹ ਮੇਰੇ ਮੰਮਾ ਹੈ ਮਨਪ੍ਰੀਤ ਕੌਰ ਔਰ ਅਸੀਂ ਥੋੜੇ ਦਿਨ ਪਹਿਲੇ ਯਾਨੀ ਕਿ 2-3 ਮਹੀਨੇ ਪਹਿਲੇ ਅਸੀਂ ਇਹਨਾਂ ਨੇ ਖੜੇ ਦੇਖਿਆ ਸੀਗਾ ਕਿ ਇਹ ਕੀ ਹੈ ਜਰਮਨੀ ਦੇ ਵੀਜ਼ੇ ਨਾਲ ਬਲੈਸ ਹੈ ਹਾਲੇਲੂਇਆ ਹਾਲੇਲੂਇਆ ਉਹਨੇ ਆਪਣੇ ਜਰਮਨ ਦਾ ਸਫ਼ਰ ਕਰਕੇ ਪੂਰਾ ਆ ਚੁੱਕੇ ਇਹਨਾਂ ਨੂੰ 1 ਵੀਕ ਹੋਇਆ ਉਹਨਾਂ ਦੀ ਯੂਐਸਏ ਵਾਸਤੇ ਇੰਟਰਵਿਊ ਸੀ ਔਰ ਉਸ ਇੰਟਰਵਿਊ ਵਿੱਚ ਵੀ ਇਹਨਾਂ ਨੂੰ ਯੂਐਸਏ ਦਾ ਵੀਜ਼ਾ ਮਿਲ ਚੁੱਕਾ ਹੈ ओ क्योंकि साडा रब जिंदा है क्योंकि साडा रब जिंदा है उसकी ताकत रखेगा तेरा नजर मिलता है उसकी ताकत रखेगा तेरा नजर मिलता है क्योंकि साडा रब जिंदा 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 है ਹਾਲੇਲੂਇਆ हालेलुया ਪਤਾ ਨਹੀਂ ਕਿਤੇ ਮੇਰੇ ਨਾਲ ਕੀ ਬਣਨਾ ਹੈ ਕੋਈ ਤੁਸੀਂ ਲਾਈਨ ਤੇ ਲੱਗੋ ਖੁਦਾਵੰਦ ਤੁਹਾਡੇ ਨਾਲ ਹੈ ਮੈਨੂੰ ਕਿਹਾ ਤੂੰ ਪ੍ਰੇਅਰ ਕਰੀ ਜਾਈ ਮੈਂ ਇਦਾਂ ਨਹੀਂ ਆਣਾ ਹੈਗਾ ਬਾਹਰ ਮੈਨੂੰ ਵੀਜ਼ਾ ਮਿਲਣਾ ਚਾਹੀਦਾ ਔਰ ਇਹ ਡਰਦੇ ਹੋਏ ਗਏ ਸੀ ਔਰ ਹੱਸਦੇ ਹੋਏ ਖੁਦਾਵੰਦ ਨੇ ਇਹਨਾਂ ਨੂੰ ਵੀਜ਼ੇ ਨਾਲ ਬਲੈਸ ਮੇਰਾ ਬਰਥਡੇ ਸੀ 28 ਸੈਪਟੈਂਬਰ ਨੂੰ ਔਰ ਪਹਿਲੇ ਸਾਡਾ ਬਲਕਿ ਇਹ ਕਹਿ ਰਹੀ ਸੀ ਕਿ ਮਮਾ ਮੈਂ ਦਿੱਲੀ ਦੇਖਣਾ ਮੈਂ ਕਦੇ ਦਿੱਲੀ ਨਹੀਂ ਗਈ ਮੈਂ ਕਿਹਾ ਠੀਕ ਹੈ ਤੇਰਾ ਬਰਥਡੇ ਇਸ ਵਾਰ ਉੱਥੇ ਹੀ ਮਨਾਵਾਂਗੇ ਬਟ ਬਾਅਦ ਵਿੱਚ ਜਦ ਸਕੂਲ ਤੋਂ ਛੁੱਟੀ ਨਹੀਂ ਸੀ ਮਿਲ ਰਹੀ ਔਰ ਅਸੀਂ ਡਿਲੇ ਕਰਤਾ ਹੈ ਮੈਂ ਕਿਹਾ ਕੋਈ ਨਹੀਂ ਅਸੀਂ ਇੱਥੇ ਮਨਾਉਂਦੇ ਆ ਨਾਨੀ ਮਮਾ ਹੁਣ ਚਾਹੁੰ ਦੋ ਕਿਉਂਕਿ ਮਮਾ ਦੀ ਇੰਟਰਵਿਊ ਸੀ 28 ਨੂੰ ਔਰ ਇਹ ਉਦਾਸ ਜੀ ਹੋ ਗਈ ਔਰ ਅਸੀਂ ਪਲਾਨ ਕੀਤਾ ਸਾਰਿਆਂ ਨੇ ਫੈਮਿਲੀ ਨੇ ਮਿਲ ਕੇ ਕਿ ਕੋਈ ਨਹੀਂ ਇਹਨੂੰ ਲੈ ਕੇ ਜਾਣੇ ਆ ਦਿੱਲੀ और परमेश्वर खुदावन ने फजल किया और ये बेटी अपने बर्थडे ते दिल्ली घूम के आई है इस छोटी सी ब्लेसिंग दे लिए परमेश्वर दा ਅਸੀਂ ਧੰਨਵਾਦ ਕਰਦੇ ਹਾਂ मैं जिथे जावां यीशु मेरे नाल ਸ੍ਰੀ ਸਾਰੀ ਪਾਕ ਪਵਿੱਤਰ ਕਲੀਸਿਆ ਮੈਂ ਗਵਾਹੀ ਦੇਣ ਜਾ ਰਿਹਾ ਆਪਣੀ ਬੇਟੀ ਦੀ ਕਿ ਜਦੋਂ ਅਸੀਂ ਚਰਚ ਵਿੱਚ ਆਏ ਹਾਂ ਔਰ ਮੈਂ ਘੁਟਨੇ ਭਰ ਬੈਠ ਕੇ ਪ੍ਰਾਰਥਨਾ ਕਰਨ ਲੱਗਾ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਇਹ ਵੀ ਘੁਟਨੇ ਭਰ ਬੈਠ ਕੇ ਪ੍ਰਾਰਥਨਾ ਕਰਦੀ ਹੁੰਦੀ ਹੈ ਮੈਂ ਘੁਟਨੇ ਭਰ ਬੈਠ ਕੇ ਪ੍ਰਾਰਥਨਾ ਕਰੋ ਇਹਦੇ ਸ਼ੂਜ਼ ਪਾਏ ਸੀ ਮੈਨੂੰ ਕਹਿੰਦੀ ਪਾਪਾ ਸ਼ੂਜ਼ ਮੈਂ ਤੇ ਸ਼ੂਜ਼ ਉਤਾਰ ਕੇ ਨਾ ਸਾਈਡ ਤੇ ਰੱਖਤੇ ਇਹਨੇ ਫਿਰ ਵੀ ਪ੍ਰਾਰਥਨਾ ਕੀਤੀ ਉੱਠੀ ਆਪਣੇ ਸ਼ੂਜ਼ ਚੱਕੇ ਔਰ ਪੂਰੇ ਟਾਈਮ ਜਿੱਥੇ ਮੈਟ ਲਗੇ ਮੈਟ ਤੋਂ ਬਾਹਰ ਜਾ ਕੇ ਨੇ ਰੱਖੇ ਆ ਔਰ ਮੈਂ ਪਰਮੇਸ਼ਰ ਬਹੁਤ ਧੰਨਵਾਦ ਕਰਦਾ ਹਾਂ ਕਿ ਇਸ ਬੁੱਧ ਵਾਸਤੇ ਅਸੀਂ ਇਸ ਬੇਟੀ ਨੇ ਤਾਂ ਨਹੀਂ ਸਿਖਾਇਆ ਕਿ ਇਸ ਤਰ੍ਹਾਂ ਕਰਨੀ ਹੈ ਇਹ ਪਰਮੇਸ਼ਰ ਦੀ ਬੁੱਧ ਆ ਕਿਉਂਕਿ ਪਰਮੇਸ਼ਰ ਵਚਨ 'ਚ ਲਿਖਿਆ ਹੈ ਕਿ ਬੱਚੇ ਜੋ ਹੋਵਾ ਉਹਨਾਂ ਇੱਕ ਇਨਾਮ ਆ ਯਾਨੀ ਗਿਫਟ ਆ
ਤੇ ਸਾਨੂੰ ਗਿਫਟ ਦਾ ਬਹੁਤ ਵਧੀਆ ਧਿਆਨ ਰੱਖਣਾ ਪੈਂਦਾ ਆ। ਅਗਰ ਸਾਨੂੰ ਕੋਈ ਕਾਲਜ ਜਾਂ ਯੂਨੀਵਰਸਿਟੀ ਤੋਂ ਜਾਂ ਕਿਸੇ ਰਿਲੇਟਿਵ ਤੋਂ ਕੋਈ ਗਿਫਟ ਮਿਲਦਾ ਆ ਤਾਂ ਅਸੀਂ ਉਹਨੂੰ ਕਿੰਨਾ ਸੰਭਾਲ ਕੇ ਰੱਖਦੇ ਆ। ਇਹ ਸਾਡੇ ਗੋਡ ਗਿਫਟ ਹੈਗੇ ਆ। ਸਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਨ ਦੀ ਜ਼ਰੂਰਤ ਹੈ ਕਿ ਜੋ ਕੁਝ ਅਸੀਂ ਇਹਨਾਂ ਨੂੰ ਸਿਖਾਵਾਂਗੇ ਉਹੀ ਸਿੱਖਣਗੇ। ਤੇ ਮੈਂ ਪਰਮੇਸ਼ਰ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਪਰਮੇਸ਼ਰ ਨੇ ਇੱਕ ਬੁੱਧੀ ਭਰੀ ਹੋਈ ਬੇਟੀ ਬਖਸ਼ੀ ਹੈ। ਪਰਮੇਸ਼ਰ ਬਹੁਤ ਧੰਨਵਾਦ ਕਰਦਾ। ਹਾਲੇ ਇਹ ਬ੍ਰਦਰ ਐਲਬਰਟ ਜੀ ਆ, ਇਹ ਆਪਣੀ ਟੈਸਟਮਨੀ ਦੇ ਰਹੇ ਆ ਕਿ 25 ਤਰੀਕ ਨੂੰ ਇਹਨਾਂ ਦੇ ਬੇਟੇ ਦਾ ਜਨਮ ਦਿਨ ਸੀਗਾ, ਲੇਕਿਨ ਇਹਨਾਂ ਕੋਲ ਪੈਸੇ ਦਾ ਕੋਈ ਵੀ ਇੰਤਜ਼ਾਮ ਨਹੀਂ ਹੋ ਰਿਹਾ ਸੀਗਾ। ਬੜੇ ਪਰੇਸ਼ਾਨ ਸੀ, ਚਿੰतित ਸੀਗੇ, ਲੇਕਿਨ ਇਹਨਾਂ ਨੇ ਪ੍ਰੋਫੈਟ ਜੀ ਕੋਲ ਦੁਆ ਕਰਾਈ ਔਰ ਸਾਡੇ ਪਰਮੇਸ਼ਰ ਯਹੋਵਾ ਯਿਰੇ ਨੇ ਸਾਰੇ ਪੈਸੇ ਦਾ ਇੰਤਜ਼ਾਮ ਕੀਤਾ। ਇਹ ਖੁਦਾਵੰਦ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਖੁਦਾਵੰਦ ਦੀ ਤਾਰੀਫ ਕਰਾਂਗੇ ਜ਼ੋਰ ਨਾਲ। ਸਾਡਾ ਪਰਮੇਸ਼ਰ ਯਹੋਵਾ ਯਿਰੇ ਇੰਤਜ਼ਾਮ ਕਰਨ ਵਾਲਾ ਪਰਮੇਸ਼ਰ ਹੈ। ਇੱਕ ਲੋੜ ਨੂੰ ਜ਼ਰੂਰਤ ਨੂੰ ਪੂਰਾ ਕੀਤਾ ਹੈ, ਇਸ ਲਈ ਮੈਂ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ। ਜ਼ੋਰਦਾਰ ਤਾੜੀਆਂ ਦੇ ਨਾਲ ਧੰਨਵਾਦ ਕਰਾਂਗੇ ਅਸੀਂ ਪਰਮੇਸ਼ਰ ਦਾ।